ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਮਨ ਕੀ ਬਾਤ ਦੀ ਸ਼ੁਰੂਆਤ ਯੁਵਾ ਦੇਸ਼ ਦੇ ਯੁਵਾ, ਉਹ ਗਰਮਜੋਸ਼ੀ, ਉਹ ਦੇਸ਼ ਭਗਤੀ, ਉਹ ਸੇਵਾ ਦੇ ਰੰਗ ਵਿੱਚ ਰੰਗੇ ਨੌਜਵਾਨ। ਤੁਸੀਂ ਜਾਣਦੇ ਹੋ ਨਾ, ਨਵੰਬਰ ਮਹੀਨੇ ਦਾ ਚੌਥਾ ਐਤਵਾਰ ਹਰ ਸਾਲ ਐਨਸੀਸੀ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਆਮ ਤੌਰ 'ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਫਰੈਂਡਸ਼ਿਪ ਡੇ ਹਮੇਸ਼ਾ ਯਾਦ ਰਹਿੰਦਾ ਹੈ, ਲੇਕਿਨ ਬਹੁਤੇ ਲੋਕ ਨੇ ਜਿਨ੍ਹਾਂ ਨੂੰ ਐਨਸੀਸੀ ਡੇ ਵੀ ਓਨਾ ਹੀ ਯਾਦ ਰਹਿੰਦਾ ਹੈ। ਤਾਂ ਫਿਰ ਅੱਜ ਐਨਸੀਸੀ ਦੇ ਬਾਰੇ ਗੱਲਾਂ ਹੋ ਜਾਣ, ਮੈਨੂੰ ਵੀ ਕੁਝ ਯਾਦਾਂ ਤਾਜ਼ਾ ਕਰਨ ਦਾ ਮੌਕਾ ਮਿਲ ਜਾਏਗਾ। ਸਭ ਤੋਂ ਪਹਿਲਾਂ ਤਾਂ ਐਨਸੀਸੀ ਦੇ ਸਾਰੇ ਸਾਬਕਾ ਅਤੇ ਮੌਜੂਦਾ ਕੈਡਿਟ ਨੂੰ ਐਨਸੀਸੀ ਡੇ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ, ਕਿਉਂਕਿ ਮੈਂ ਵੀ ਤੁਹਾਡੇ ਵਾਂਗ ਹੀ ਕੈਡਿਟ ਰਿਹਾ ਅਤੇ ਮਨ ਤੋਂ ਵੀ ਅੱਜ ਵੀ ਆਪਣੇ ਆਪ ਨੂੰ ਕੈਡਿਟ ਮੰਨਦਾ। ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ, ਐਨਸੀਸੀ ਯਾਨੀ ਨੈਸ਼ਨਲ ਕੈਡਿਟ ਕੋਰ ਦੁਨੀਆ ਦੇ ਸਭ ਤੋਂ ਵੱਡੇ ਯੂਨੀਫਾਰਮਡ ਯੂਥ ਆਰਗੇਨਾਈਜੇਸ਼ਨ ਵਿੱਚ ਭਾਰਤ ਦੀ ਐਨਸੀਸੀ ਇੱਕ ਹੈ। ਇਹ ਇੱਕ ਟਰਾਈ ਸਰਵਿਸਿਜ਼ ਆਰਗੇਨਾਈਜੇਸ਼ਨ ਹੈ, ਜਿਸ ਵਿੱਚ ਸੈਨਾ, ਨੌ ਸੈਨਾ, ਵਾਯੂ ਸੈਨਾ ਤਿੰਨੋਂ ਹੀ ਸ਼ਾਮਿਲ ਨੇ। ਲੀਡਰਸ਼ਿਪ, ਦੇਸ਼ ਭਗਤੀ, ਸੈਲਫਲੈਸ ਸਰਵਿਸ, ਡਿਸਿਪਲਿਨ, ਹਾਰਡ ਵਰਕ, ਇਹਨਾਂ ਸਾਰਿਆਂ ਨੂੰ ਆਪਣੇ ਕਰੈਕਟਰ ਦਾ ਹਿੱਸਾ ਬਣਾ ਲਓ। ਆਪਣੀਆਂ ਹੈਬਿਟਸ ਬਣਾਉਣ ਦੀ ਇੱਕ ਰੋਮਾਂਚਕ ਯਾਤਰਾ ਮਤਲਬ ਐਨਸੀਸੀ। ਇਸ ਜਰਨੀ ਦੇ ਬਾਰੇ ਕੁਝ ਹੋਰ ਜ਼ਿਆਦਾ ਗੱਲਾਂ ਕਰਨ ਦੇ ਲਈ ਅੱਜ ਫੋਨ ਕਾਲਸ ਨਾਲ ਕੁਝ ਨੌਜਵਾਨਾਂ ਨਾਲ, ਜਿਨ੍ਹਾਂ ਨੇ ਐਨਸੀਸੀ ਵਿੱਚ ਆਪਣੀ ਜਗ੍ਹਾ ਬਣਾਈ ਹੈ, ਆਓ ਉਹਨਾਂ ਨਾਲ ਗੱਲਾਂ ਕਰਦੇ ਹਾਂ। ਸਾਥੀਓ, ਤੁਸੀਂ ਸਾਰੇ ਕਿਵੇਂ ਹੋ? ਜੈ ਹਿੰਦ ਪ੍ਰਧਾਨ ਮੰਤਰੀ ਜੀ। ਜੈ ਹਿੰਦ। ਸਰ, ਮੇਰਾ ਨਾਮ ਜੂਨੀਅਰ ਅੰਡਰ ਆਫਿਸਰ ਤਰੰਨੁਮ ਖਾਨ ਹੈ। ਤਰੰਨੁਮ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਦਿੱਲੀ ਦੀ ਰਹਿਣ ਵਾਲੀ ਹਾਂ ਸਰ। ਅੱਛਾ, ਤਾਂ ਐਨਸੀਸੀ ਵਿੱਚ ਕਿੰਨੇ ਸਾਲ, ਕਿਵੇਂ ਦੇ ਅਨੁਭਵ ਰਹੇ ਤੁਹਾਡੇ? ਸਰ, ਮੈਂ ਐਨਸੀਸੀ ਵਿੱਚ 2017 ਵਿੱਚ ਭਰਤੀ ਹੋਈ ਸੀ ਅਤੇ 3 ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਸਾਲ ਰਹੇ ਨੇ। ਵਾਹ, ਸੁਣ ਕੇ ਬਹੁਤ ਚੰਗਾ ਲੱਗਾ। ਸਰ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੇਰਾ ਸਭ ਤੋਂ ਜ਼ਿਆਦਾ ਚੰਗਾ ਅਨੁਭਵ ਜੋ ਰਿਹਾ ਉਹ ਏਕ ਭਾਰਤ ਸ਼੍ਰੇਸ਼ਠ ਭਾਰਤ ਕੈਂਪ ਵਿੱਚ ਰਿਹਾ। ਸਾਡਾ ਇਹ ਕੈਂਪ ਅਗਸਤ ਵਿੱਚ ਹੋਇਆ ਸੀ, ਜਿਸ ਵਿੱਚ NER ਨਾਰਥ ਈਸਟਰਨ ਰੀਜਨ ਦੇ ਬੱਚੇ ਵੀ ਆਏ ਸਨ। ਉਹਨਾਂ ਕੈਡਿਟਸ ਦੇ ਨਾਲ ਅਸੀਂ 10 ਦਿਨਾਂ ਲਈ ਰਹੇ। ਅਸੀਂ ਉਹਨਾਂ ਦਾ ਰਹਿਣ ਸਹਿਣ ਸਿੱਖਿਆ। ਅਸੀਂ ਵੇਖਿਆ ਕਿ ਉਹਨਾਂ ਦੀ ਲੈਂਗੁਏਜ ਕੀ ਹੈ, ਉਹਨਾਂ ਦਾ ਟਰੈਡੀਸ਼ਨ, ਉਹਨਾਂ ਦਾ ਕਲਚਰ। ਅਸੀਂ ਉਹਨਾਂ ਤੋਂ ਅਜਿਹੀਆਂ ਕਈ ਸਾਰੀਆਂ ਚੀਜ਼ਾਂ ਸਿੱਖੀਆਂ, ਜਿਵੇਂ ਵਾਈਜ਼ੋਮ ਦਾ ਮਤਲਬ ਹੁੰਦਾ ਹੈਲੋ। ਉਵੇਂ ਹੀ ਸਾਡੀ ਕਲਚਰ ਨਾਈਟ ਹੋਈ ਸੀ। ਉਸ ਅੰਦਰ ਉਹਨਾਂ ਨੇ ਸਾਨੂੰ ਆਪਣਾ ਡਾਂਸ ਸਿਖਾਇਆ। ਤੇਰਾ ਕਹਿੰਦੇ ਨੇ ਉਹਨਾਂ ਦੇ ਡਾਂਸ ਨੂੰ, ਅਤੇ ਉਹਨਾਂ ਨੇ ਮੈਨੂੰ ਮੇਖਾਲਾ ਪਹਿਨਣਾ ਵੀ ਸਿਖਾਇਆ। ਮੈਂ ਸੱਚ ਦੱਸਦੀ ਹਾਂ, ਉਸ ਵਿੱਚ ਬਹੁਤ ਖੂਬਸੂਰਤ ਅਸੀਂ ਸਾਰੇ ਲੱਗ ਰਹੇ ਸਾਂ, ਦਿੱਲੀ ਵਾਲੇ ਐਜ਼ ਵੈਲ ਐਜ਼ ਸਾਡੇ ਨਾਗਾਲੈਂਡ ਦੇ ਦੋਸਤ ਵੀ। ਅਸੀਂ ਉਹਨਾਂ ਨੂੰ ਦਿੱਲੀ ਦਰਸ਼ਨ 'ਤੇ ਵੀ ਲੈ ਕੇ ਗਏ ਸਾਂ, ਜਿੱਥੇ ਅਸੀਂ ਉਹਨਾਂ ਨੂੰ ਨੈਸ਼ਨਲ ਵਾਰ ਮੈਮੋਰੀਅਲ ਅਤੇ ਇੰਡੀਆ ਗੇਟ ਵਿਖਾਇਆ। ਉੱਥੇ ਅਸੀਂ ਉਹਨਾਂ ਨੂੰ ਦਿੱਲੀ ਦੀ ਚਾਟ ਵੀ ਖਵਾਈ, ਭੇਲਪੂਰੀ ਵੀ ਖਵਾਈ, ਲੇਕਿਨ ਉਹਨਾਂ ਨੂੰ ਥੋੜ੍ਹਾ ਤਿੱਖਾ ਲੱਗਿਆ, ਕਿਉਂਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਉਹ ਜ਼ਿਆਦਾਤਰ ਸੂਪ ਪੀਣਾ ਪਸੰਦ ਕਰਦੇ ਨੇ, ਥੋੜ੍ਹੀਆਂ ਉਬਲੀਆਂ ਹੋਈਆਂ ਸਬਜ਼ੀਆਂ ਖਾਂਦੇ ਨੇ, ਤਾਂ ਉਹਨਾਂ ਨੂੰ ਖਾਣਾ ਤਾਂ ਇੰਨਾ ਪਸੰਦ ਨਹੀਂ ਆਇਆ। ਪਰ ਇਸ ਦੇ ਇਲਾਵਾ ਅਸੀਂ ਉਹਨਾਂ ਨਾਲ ਕਾਫੀ ਪਿਕਚਰਸ ਖਿੱਚੀਆਂ, ਕਾਫੀ ਅਨੁਭਵ ਅਸੀਂ ਸ਼ੇਅਰ ਕੀਤੇ। ਤੁਸੀਂ ਉਹਨਾਂ ਨਾਲ ਸੰਪਰਕ ਬਣਾਈ ਰੱਖਿਆ? ਜੀ ਸਰ, ਸਾਡੇ ਸੰਪਰਕ ਉਹਨਾਂ ਨਾਲ ਹੁਣ ਤੱਕ ਬਣੇ ਹੋਏ ਨੇ। ਚਲੋ, ਚੰਗਾ ਕੀਤਾ ਤੁਸੀਂ। ਜੀ ਸਰ। ਹੋਰ ਕੌਣ ਹੈ ਸਾਥੀ ਤੁਹਾਡੇ ਨਾਲ? ਜੈ ਹਿੰਦ ਸਰ। ਜੈ ਹਿੰਦ। ਸਰ, ਮੈਂ ਸੀਨੀਅਰ ਅੰਡਰ ਆਫਿਸਰ ਸ਼੍ਰੀ ਹਰੀ ਜੀ ਵੀ ਬੋਲ ਰਿਹਾ। ਮੈਂ ਬੈਂਗਲੁਰੂ ਕਰਨਾਟਕਾ ਦਾ ਰਹਿਣ ਵਾਲਾ ਜੀ। ਅਤੇ ਤੁਸੀਂ ਕਿੱਥੇ ਪੜ੍ਹਦੇ ਹੋ? ਸਰ, ਮੈਂ ਬੈਂਗਲੁਰੂ 'ਚ ਕ੍ਰਿਸਟੂ ਜਯੰਤੀ ਕਾਲਜ 'ਚ। ਅੱਛਾ, ਬੈਂਗਲੁਰੂ ਵਿੱਚ ਹੀ ਹੋ? ਯੈਸ ਸਰ। ਦੱਸੋ। ਸਰ, ਮੈਂ ਕੱਲ੍ਹ ਹੀ ਯੂਥ ਐਕਸਚੇਂਜ ਪ੍ਰੋਗਰਾਮ ਸਿੰਗਾਪੁਰ ਤੋਂ ਵਾਪਸ ਆਇਆ। ਬਈ ਵਾਹ। ਹਾਂਜੀ ਸਰ। ਤਾਂ ਤੁਹਾਨੂੰ ਮੌਕਾ ਮਿਲ ਗਿਆ ਉੱਥੇ ਜਾਣ ਦਾ? ਯੈਸ ਸਰ। ਕਿਵੇਂ ਅਨੁਭਵ ਰਿਹਾ ਸਿੰਗਾਪੁਰ ਵਿੱਚ? ਸਰ, ਉੱਥੇ 6 ਕੰਟਰੀਜ਼ ਆਏ ਸੀ, ਜਿਨ੍ਹਾਂ 'ਚ ਸੀ ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਸਿੰਗਾਪੁਰ, ਬਰੂਨੀ, ਹਾਂਗਕਾਂਗ ਅਤੇ ਨੇਪਾਲ। ਸਰ, ਉੱਥੇ ਅਸੀਂ ਕੰਬੈਟ ਲੈਸਨਸ ਅਤੇ ਇੰਟਰਨੈਸ਼ਨਲ ਮਿਲਟਰੀ ਐਕਸਰਸਾਈਜ਼ਿਸ ਦਾ ਇੱਕ ਐਕਸਚੇਂਜ ਸਿੱਖਿਆ ਸੀ। ਉੱਥੇ ਸਾਡਾ ਪਰਫਾਰਮੈਂਸ ਕੁਝ ਵਾਕਈ ਸੀ ਸਰ। ਉਹਨਾਂ 'ਚੋਂ ਸਾਨੂੰ ਵਾਟਰ ਸਪੋਰਟਸ ਅਤੇ ਐਡਵੈਂਚਰ ਐਕਟੀਵਿਟੀ ਸਿਖਾਈਆਂ ਸੀ
ਤੇ ਵਾਟਰ ਪੋਲੋ ਟੂਰਨਾਮੈਂਟ 'ਚ ਇੰਡੀਆ ਟੀਮ ਨੇ ਜਿੱਤ ਹਾਸਲ ਕੀਤੀ ਸਰ। ਤੇ ਕਲਚਰਲ ਵਿੱਚ ਅਸੀਂ ਓਵਰਆਲ ਪਰਫਾਰਮੈਂਸ ਸੀ ਸਰ। ਸਾਡਾ ਡਰਿਲ ਤੇ ਵਰਡ ਆਫ ਕਮਾਂਡ ਉਹਨਾਂ ਨੂੰ ਬਹੁਤ ਚੰਗਾ ਲੱਗਾ ਸੀ ਸਰ। ਤੁਸੀਂ ਕਿੰਨੇ ਲੋਕ ਸੀ ਹਰੀ? ਸਰ ਅਸੀਂ 20 ਲੋਕ ਸੀ। ਅਸੀਂ 10 ਲੜਕੇ ਤੇ 10 ਲੜਕੀਆਂ ਸੀ ਸਰ। ਅੱਛਾ, ਭਾਰਤ ਦੇ ਸਾਰੇ ਵੱਖ-ਵੱਖ ਰਾਜਾਂ ਸੂਬਿਆਂ ਤੋਂ ਸਨ ਸਾਰੇ? ਜੀ ਸਰ। ਚਲੋ, ਤੁਹਾਡੇ ਸਾਰੇ ਸਾਥੀ ਤੁਹਾਡਾ ਅਨੁਭਵ ਸੁਣਨ ਦੇ ਲਈ ਬਹੁਤ ਉਤਸੁਕ ਹੋਣਗੇ, ਲੇਕਿਨ ਮੈਨੂੰ ਚੰਗਾ ਲੱਗਾ। ਹੋਰ ਕੌਣ ਹੈ ਤੁਹਾਡੇ ਨਾਲ? जय हिंद सर। ਜੈ ਹਿੰਦ। मेरा नाम है सीनियर अंडर ऑफिसर विनोले किसो। मैं नॉर्थ ईस्टर्न रीजन नागालैंड स्टेट ਦੀ ਹਾਂ ਸਰ। ਹਾਂ ਵਿਨੋਲੇ, ਦੱਸੋ ਕੀ ਅਨੁਭਵ ਹੈ ਤੁਹਾਡਾ? ਸਰ ਮੈਂ ਸੇਂਟ ਜੋਸਫਸ ਕਾਲਜ ਜਕਾਮਾ ਵਿੱਚ ਪੜ੍ਹਾਈ ਕਰ ਰਹੀ ਹਾਂ, BA ਹਿਸਟਰੀ ਆਨਰਸ ਵਿੱਚ। ਮੈਂ 2017 ਸਾਲ ਵਿੱਚ NCC ਜੁਆਇਨ ਕੀਤੀ ਤੇ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਚੰਗਾ ਡਿਸੀਜ਼ਨ ਸੀ ਸਰ। NCC ਦੇ ਕਾਰਨ ਹਿੰਦੁਸਤਾਨ ਵਿੱਚ ਕਿੱਥੇ-ਕਿੱਥੇ ਜਾਣ ਦਾ ਮੌਕਾ ਮਿਲਿਆ? ਸਰ ਮੈਂ NCC ਜੁਆਇਨ ਕੀਤਾ ਤੇ ਬਹੁਤ ਸਿੱਖਿਆ ਸੀ ਤੇ ਮੈਨੂੰ ਓਪਰਚੁਨਿਟੀਜ਼ ਵੀ ਬਹੁਤ ਹੀ ਮਿਲੀਆਂ ਸਨ ਤੇ ਮੇਰਾ ਐਕਸਪੀਰੀਅੰਸ ਸੀ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਮੈਂ ਇਸ ਸਾਲ 2019 ਜੂਨ ਮਹੀਨੇ ਤੋਂ ਇੱਕ ਕੈਂਪ ਅਟੈਂਡ ਕੀਤਾ। ਉਹ ਹੈ ਕੰਬਾਈਨਡ ਐਨੂਅਲ ਟ੍ਰੇਨਿੰਗ ਕੈਂਪ ਤੇ ਉਹ ਸੈਜ਼ੋਲਾਈ ਕਾਲਜ ਕੋਹਿਮਾ ਵਿੱਚ ਹੈਲਡ ਕੀਤਾ। ਇਹ ਕੈਂਪ 400 ਕੈਡੇਟਸ ਨੇ ਅਟੈਂਡ ਕੀਤਾ। ਤਾਂ ਨਾਗਾਲੈਂਡ ਵਿੱਚ ਸਾਰੇ ਤੁਹਾਡੇ ਸਾਥੀ ਜਾਣਨਾ ਚਾਹੁੰਦੇ ਹੋਣਗੇ ਹਿੰਦੁਸਤਾਨ ਵਿੱਚ ਕਿੱਥੇ ਗਏ, ਕੀ ਦੇਖਿਆ, ਸਾਰੇ ਅਨੁਭਵ ਸੁਣਾਉਂਦੇ ਹੋ ਸਾਰਿਆਂ ਨੂੰ? ਯੈਸ ਸਰ। ਹੋਰ ਕੌਣ ਹੈ ਤੁਹਾਡੇ ਨਾਲ? ਜੈ ਹਿੰਦ ਸਰ। ਮੇਰਾ ਨਾਮ ਜੂਨੀਅਰ ਅੰਡਰ ਆਫਿਸਰ ਅਖਿਲ ਹੈ। ਹਾਂ ਅਖਿਲ, ਦੱਸੋ। ਮੈਂ ਰੋਹਤਕ ਹਰਿਆਣਾ ਦਾ ਰਹਿਣ ਵਾਲਾ ਸਰ। ਹਾਂ, ਮੈਂ ਦਿਆਲ ਸਿੰਘ ਕਾਲਜ ਦਿੱਲੀ ਯੂਨੀਵਰਸਿਟੀ ਤੋਂ ਫਿਜ਼ਿਕਸ ਆਨਰਸ ਕਰ ਰਿਹਾ। ਹਾਂ ਸਰ ਮੈਨੂੰ NCC ਵਿੱਚ ਸਭ ਤੋਂ ਚੰਗਾ ਡਿਸਿਪਲਿਨ ਲੱਗਿਆ ਸਰ। ਵਾਹ। ਇਸ ਨੇ ਮੈਨੂੰ ਹੋਰ ਜ਼ਿਆਦਾ ਰਿਸਪੌਂਸਿਬਲ ਸਿਟੀਜ਼ਨ ਬਣਾਇਆ ਸਰ। NCC ਕੈਡੇਟ ਦੀ ਡਰਿਲ ਯੂਨੀਫਾਰਮ ਮੈਨੂੰ ਬਹੁਤ ਪਸੰਦ ਹੈ। ਕਿੰਨੇ ਕੈਂਪ ਕਰਨ ਦਾ ਮੌਕਾ ਮਿਲਿਆ? ਕਿੱਥੇ ਜਾਣ ਦਾ ਮੌਕਾ ਮਿਲਿਆ? ਸਰ ਮੈਂ 3 ਕੈਂਪ ਕੀਤੇ ਨੇ ਸਰ। ਹੁਣੇ ਜਿਹੀ ਮੈਂ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਵਿੱਚ ਅਟੈਚਮੈਂਟ ਕੈਂਪ ਦਾ ਹਿੱਸਾ ਰਿਹਾ। ਕਿੰਨੇ ਸਮੇਂ ਦਾ ਸੀ? ਸਰ ਇਹ 13 ਦਿਨ ਦਾ ਕੈਂਪ ਸੀ ਸਰ। ਅੱਛਾ। ਸਰ ਮੈਂ ਉੱਥੇ ਭਾਰਤੀ ਫੌਜ ਵਿੱਚ ਅਫਸਰ ਕਿਵੇਂ ਬਣਦੇ ਨੇ ਉਸ ਨੂੰ ਬੜੇ ਨਜ਼ਦੀਕ ਤੋਂ ਦੇਖਿਆ ਤੇ ਉਸ ਤੋਂ ਬਾਅਦ ਮੇਰਾ ਭਾਰਤੀ ਫੌਜ ਵਿੱਚ ਅਫਸਰ ਬਣਨ ਦਾ ਸੰਕਲਪ ਹੋਰ ਜ਼ਿਆਦਾ ਪੱਕਾ ਹੋਇਆ ਸਰ। ਵਾਹ। ਤੇ ਸਰ ਮੈਂ ਰਿਪਬਲਿਕ ਡੇ ਪਰੇਡ ਵਿੱਚ ਵੀ ਹਿੱਸਾ ਲਿਆ ਸੀ ਤੇ ਉਹ ਮੇਰੇ ਲਈ ਤੇ ਮੇਰੇ ਪਰਿਵਾਰ ਦੇ ਲਈ ਬਹੁਤ ਹੀ ਫਖਰ ਦੀ ਗੱਲ ਸੀ। ਸ਼ਾਬਾਸ਼। ਮੇਰੇ ਤੋਂ ਜ਼ਿਆਦਾ ਖੁਸ਼ੀ ਮੇਰੀ ਮਾਂ ਨੂੰ ਸੀ ਸਰ। ਜਦੋਂ ਅਸੀਂ ਸਵੇਰੇ 2 ਵਜੇ ਉੱਠ ਕੇ ਰਾਜਪਥ 'ਤੇ ਪ੍ਰੈਕਟਿਸ ਕਰਨ ਜਾਂਦੇ ਸੀ ਤਾਂ ਜੋਸ਼ ਸਾਡੇ ਵਿੱਚ ਇੰਨਾ ਹੁੰਦਾ ਸੀ ਕਿ ਉਹ ਵੇਖਣ ਲਾਇਕ ਸੀ। ਬਾਕੀ ਫੋਰਸਿਸ ਕੰਟਿੰਜੈਂਟ ਦੇ ਲੋਕ ਉਹ ਸਾਨੂੰ ਇੰਨਾ ਉਤਸ਼ਾਹਿਤ ਕਰਦੇ ਸਨ, ਰਾਜਪਥ ਉੱਤੇ ਮਾਰਚ ਕਰਦੇ ਸਮੇਂ ਸਾਡੇ ਰੌਂਗਟੇ ਖੜੇ ਹੋ ਜਾਂਦੇ ਸਨ ਸਰ। ਚਲੋ, ਤੁਹਾਡੇ ਚਾਰਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤੇ ਉਹ ਵੀ NCC ਡੇ 'ਤੇ। ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਮੇਰਾ ਵੀ ਸੁਭਾਗ ਰਿਹਾ ਹੈ ਕਿ ਮੈਂ ਵੀ ਬਚਪਨ ਵਿੱਚ ਮੇਰੇ ਪਿੰਡ ਦੇ ਸਕੂਲ ਵਿੱਚ NCC ਕੈਡੇਟ ਰਿਹਾ ਸਾਂ ਤੇ ਮੈਨੂੰ ਪਤਾ ਹੈ ਕਿ ਇਹ ਡਿਸਿਪਲਿਨ, ਇਹ ਯੂਨੀਫਾਰਮ, ਉਸ ਦੇ ਕਾਰਨ ਜੋ ਕੌਨਫੀਡੈਂਸ ਲੈਵਲ ਵੱਧਦਾ ਹੈ, ਇਹ ਸਾਰੀਆਂ ਚੀਜ਼ਾਂ ਬਚਪਨ ਵਿੱਚ ਮੈਨੂੰ ਇੱਕ NCC ਕੈਡੇਟ ਦੇ ਰੂਪ ਵਿੱਚ ਅਨੁਭਵ ਕਰਨ ਦਾ ਮੌਕਾ ਮਿਲਿਆ ਸੀ। ਪ੍ਰਧਾਨ ਮੰਤਰੀ ਜੀ, ਮੇਰਾ ਇੱਕ ਸਵਾਲ ਹੈ। ਹਾਂ ਦੱਸੋ। ਕੀ ਸਰ ਤੁਸੀਂ ਵੀ ਇੱਕ NCC ਦਾ ਹਿੱਸਾ ਰਹੇ ਹੋ? ਕੌਣ? ਵਿਨੋਲੇ ਬੋਲ ਰਹੀ ਹੋ? ਯੈਸ ਸਰ। ਹਾਂ ਵਿਨੋਲੇ, ਦੱਸੋ। ਕੀ ਤੁਹਾਨੂੰ ਕਦੇ ਵੀ ਪਨਿਸ਼ਮੈਂਟ ਮਿਲੀ ਸੀ? ਇਸ ਦਾ ਮਤਲਬ ਹੈ ਕਿ ਤੁਹਾਨੂੰ ਲੋਕਾਂ ਨੂੰ ਪਨਿਸ਼ਮੈਂਟ ਮਿਲਦੀ ਹੈ। ਹਾਂ ਸਰ। ਜੀ ਨਹੀਂ, ਮੇਰੇ ਨਾਲ ਅਜਿਹਾ ਕਦੇ ਨਹੀਂ ਹੋਇਆ ਕਿਉਂਕਿ ਮੈਂ ਬਹੁਤ ਹੀ ਇੱਕ ਤਰ੍ਹਾਂ ਨਾਲ ਡਿਸਿਪਲਿਨ ਮੰਨਣ ਵਾਲਾ ਸਾਂ। ਲੇਕਿਨ ਇੱਕ ਵਾਰ ਜ਼ਰੂਰ ਮਿਸਅੰਡਰਸਟੈਂਡਿੰਗ ਹੋਈ ਸੀ। ਜਦੋਂ ਅਸੀਂ ਕੈਂਪ ਵਿੱਚ ਸਾਂ ਤਾਂ ਮੈਂ ਇੱਕ ਦਰੱਖਤ 'ਤੇ ਚੜ੍ਹ ਗਿਆ ਸਾਂ। ਪਹਿਲਾਂ ਤਾਂ ਇੰਜ ਲੱਗਾ ਕਿ ਮੈਂ ਕੋਈ ਕਾਨੂੰਨ ਤੋੜ ਦਿੱਤਾ, ਲੇਕਿਨ ਬਾਅਦ ਵਿੱਚ ਸਾਰਿਆਂ ਨੂੰ ਧਿਆਨ ਵਿੱਚ ਆਇਆ ਕਿ ਉੱਥੇ ਇੱਕ ਪਤੰਗ ਦੀ ਡੋਰ ਵਿੱਚ ਇੱਕ ਪੰਛੀ ਫਸ ਗਿਆ ਸੀ। ਮੈਂ ਉਸ ਨੂੰ ਬਚਾਉਣ ਦੇ ਲਈ ਉੱਥੇ ਚੜ੍ਹ ਗਿਆ ਸਾਂ। ਖੈਰ, ਪਹਿਲਾਂ ਤਾਂ ਲੱਗਦਾ ਸੀ ਮੇਰੇ 'ਤੇ ਕੋਈ ਡਿਸਿਪਲਿਨ ਐਕਸ਼ਨ ਹੋਣਗੇ, ਲੇਕਿਨ ਬਾਅਦ ਵਿੱਚ ਮੇਰੀ ਬੜੀ ਵਾਹ-ਵਾਹ ਹੋ ਗਈ। ਇਸ ਤਰ੍ਹਾਂ ਨਾਲ ਇੱਕ ਵੱਖ ਹੀ ਅਨੁਭਵ ਹੋਇਆ ਮੈਨੂੰ। ਜੀ ਸਰ, ਇਹ ਜਾਣ ਕੇ ਬਹੁਤ ਹੀ ਚੰਗਾ ਲੱਗਿਆ। ਥੈਂਕ ਯੂ। ਮੈਂ ਤਰੰਨੁਮ ਗੱਲ ਕਰ ਰਹੀ ਸਾਂ। ਹਾਂ ਤਰੰਨੁਮ, ਦੱਸੋ। ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹਾਂਗੀ। ਜੀ ਦੱਸੋ। ਸਰ, ਤੁਸੀਂ ਆਪਣੇ ਸੰਦੇਸ਼ਾਂ ਵਿੱਚ ਸਾਨੂੰ ਕਿਹਾ ਹੈ ਕਿ ਹਰ ਭਾਰਤੀ ਨਾਗਰਿਕ ਨੂੰ 3 ਸਾਲਾਂ ਵਿੱਚ 15 ਜਗ੍ਹਾ ਤਾਂ ਜਾਣਾ ਹੀ ਚਾਹੀਦਾ ਹੈ
ਤੁਸੀਂ ਸਾਨੂੰ ਦੱਸਣਾ ਚਾਹੋਗੇ ਕਿ ਸਾਨੂੰ ਕਿੱਥੇ-ਕਿੱਥੇ ਜਾਣਾ ਚਾਹੀਦਾ ਹੈ ਤੇ ਤੁਹਾਨੂੰ ਕਿਸ ਜਗ੍ਹਾ ਜਾ ਕੇ ਸਭ ਤੋਂ ਚੰਗਾ ਮਹਿਸੂਸ ਹੋਇਆ ਸੀ? ਵੈਸੇ ਮੈਂ ਹਿਮਾਲਿਆ ਨੂੰ ਬਹੁਤ ਪਸੰਦ ਕਰਦਾ ਰਹਿਣਾ, ਹਮੇਸ਼ਾ। ਜੀ ਜੀ ਜੀ। ਲੇਕਿਨ ਫਿਰ ਵੀ ਮੈਂ ਭਾਰਤ ਦੇ ਲੋਕਾਂ ਨੂੰ ਅਨੁਰੋਧ ਕਰਾਂਗਾ, ਜੇਕਰ ਤੁਹਾਨੂੰ ਕੁਦਰਤ ਨਾਲ ਪਿਆਰ ਹੈ, ਜੀ ਜੀ ਜੀ। ਸੰਘਣੇ ਜੰਗਲ, ਝਰਨੇ, ਇੱਕ ਵੱਖ ਹੀ ਤਰ੍ਹਾਂ ਦਾ ਮਾਹੌਲ ਵੇਖਣਾ ਹੈ, ਤਾਂ ਮੈਂ ਸਾਰਿਆਂ ਨੂੰ ਕਹਿਣਾ ਤੁਸੀਂ ਨਾਰਥ ਈਸਟ ਜ਼ਰੂਰ ਜਾਓ। ਜੀ ਸਰ। ਇਹ ਮੈਂ ਹਮੇਸ਼ਾ ਦੱਸਦਾ ਅਤੇ ਉਸ ਦੇ ਕਾਰਨ ਨਾਰਥ ਈਸਟ ਵਿੱਚ ਟੂਰਿਜ਼ਮ ਵੀ ਬਹੁਤ ਵਧੇਗਾ, ਇਕੋਨੋਮੀ ਨੂੰ ਵੀ ਬਹੁਤ ਫਾਇਦਾ ਹੋਏਗਾ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਸੁਪਨੇ ਨੂੰ ਵੀ ਉੱਥੇ ਮਜ਼ਬੂਤੀ ਮਿਲੇਗੀ। ਜੀ ਸਰ। ਲੇਕਿਨ ਹਿੰਦੁਸਤਾਨ ਵਿੱਚ ਹਰ ਜਗ੍ਹਾ 'ਤੇ ਬਹੁਤ ਕੁਝ ਵੇਖਣ ਵਾਲਾ ਹੈ, ਅਧਿਐਨ ਕਰਨ ਵਾਲਾ ਹੈ, ਇੱਕ ਤਰ੍ਹਾਂ ਨਾਲ ਆਤਮਸਾਤ ਕਰਨ ਵਾਲਾ ਹੈ। ਪ੍ਰਧਾਨ ਮੰਤਰੀ ਜੀ, ਮੈਂ ਸ਼੍ਰੀ ਹਰੀ ਬੋਲ ਰਿਹਾ। ਜੀ ਹਰੀ, ਦੱਸੋ। ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਤੁਸੀਂ ਇੱਕ ਪੋਲੀਟੀਸ਼ੀਅਨ ਨਾ ਹੁੰਦੇ ਤਾਂ ਤੁਸੀਂ ਕੀ ਹੁੰਦੇ? ਹੁਣ ਇਹ ਤਾਂ ਬੜਾ ਮੁਸ਼ਕਿਲ ਸਵਾਲ ਹੈ, ਕਿਉਂਕਿ ਹਰ ਬੱਚੇ ਦੇ ਜੀਵਨ ਵਿੱਚ ਕਈ ਪੜਾਅ ਆਉਂਦੇ ਨੇ। ਕਦੇ ਇਹ ਬਣਨ ਦਾ ਮਨ ਕਰਦਾ ਹੈ, ਕਦੇ ਉਹ ਬਣਨ ਦਾ ਮਨ ਕਰਦਾ ਹੈ। ਲੇਕਿਨ ਇਹ ਗੱਲ ਸਹੀ ਹੈ ਕਿ ਮੇਰਾ ਰਾਜਨੀਤੀ ਵਿੱਚ ਜਾਣ ਦਾ ਮਨ ਨਹੀਂ ਸੀ, ਨਾ ਹੀ ਕਦੇ ਸੋਚਿਆ ਸੀ। ਲੇਕਿਨ ਹੁਣ ਪਹੁੰਚ ਗਿਆ ਤਾਂ ਜੀ ਜਾਨ ਨਾਲ ਦੇਸ਼ ਦੇ ਕੰਮ ਆਵਾਂ, ਉਸ ਦੇ ਲਈ ਸੋਚਦਾ ਰਹਿਣਾ। ਅਤੇ ਇਸ ਲਈ ਹੁਣ ਮੈਂ ਇੱਥੇ ਨਾ ਹੁੰਦਾ ਅਤੇ ਕਿੱਥੇ ਹੁੰਦਾ, ਇਹ ਸੋਚਣਾ ਹੀ ਨਹੀਂ ਚਾਹੀਦਾ ਮੈਨੂੰ। ਹੁਣ ਤਾਂ ਜੀ ਜਾਨ ਨਾਲ ਜਿੱਥੇ ਹਾਂ ਉੱਥੇ ਜੀ ਭਰ ਕੇ ਜਿਉਣਾ ਚਾਹੀਦਾ, ਜੀ ਜਾਨ ਨਾਲ ਜੁਟਣਾ ਚਾਹੀਦਾ ਅਤੇ ਜੰਮ ਕੇ ਦੇਸ਼ ਲਈ ਕੰਮ ਕਰਨਾ ਚਾਹੀਦਾ। ਨਾ ਦਿਨ ਵੇਖਣਾ ਹੈ, ਨਾ ਰਾਤ ਵੇਖਣੀ ਹੈ, ਬਸ ਇਸੇ ਇੱਕ ਮਕਸਦ ਨਾਲ ਆਪਣੇ ਆਪ ਨੂੰ ਮੈਂ ਖਪਾ ਦਿੱਤਾ ਹੈ। ਪ੍ਰਧਾਨ ਮੰਤਰੀ ਜੀ, ਜੀ। ਤੁਸੀਂ ਦਿਨ ਵਿੱਚ ਇੰਨੇ ਬਿਜ਼ੀ ਰਹਿੰਦੇ ਹੋ, ਤਾਂ ਮੇਰੀ ਇਹ ਜਿਗਿਆਸਾ ਸੀ ਜਾਣਨ ਦੀ ਕਿ ਤੁਹਾਨੂੰ ਟੀਵੀ ਵੇਖਣ ਦਾ, ਫਿਲਮ ਵੇਖਣ ਦਾ ਜਾਂ ਕਿਤਾਬ ਪੜ੍ਹਨ ਦਾ ਸਮਾਂ ਮਿਲਦਾ ਹੈ? ਵੈਸੇ ਮੇਰੀ ਕਿਤਾਬ ਪੜ੍ਹਨ ਦੀ ਰੁਚੀ ਤਾਂ ਰਹਿੰਦੀ ਸੀ, ਫਿਲਮ ਵੇਖਣ ਦੀ ਕਦੇ ਰੁਚੀ ਨਹੀਂ ਰਹੀ। ਉਸ ਵਿੱਚ ਸਮੇਂ ਦਾ ਬੰਧਨ ਤਾਂ ਨਹੀਂ ਹੈ ਅਤੇ ਨਾ ਹੀ ਉਸ ਤਰ੍ਹਾਂ ਨਾਲ ਟੀਵੀ ਵੇਖ ਪਾਉਣਾ, ਬਹੁਤ ਘੱਟ। ਕਦੇ-ਕਦੇ ਪਹਿਲਾਂ ਡਿਸਕਵਰੀ ਚੈਨਲ ਵੇਖਿਆ ਕਰਦਾ ਸੀ। ਜਿਗਿਆਸਾ ਦੇ ਕਾਰਨ ਕਿਤਾਬਾਂ ਪੜ੍ਹਦਾ ਸਾਂ, ਲੇਕਿਨ ਇਹਨਾਂ ਦਿਨਾਂ ਵਿੱਚ ਤਾਂ ਨਹੀਂ ਪੜ੍ਹ ਪਾਉਂਦਾ। ਅਤੇ ਦੂਸਰਾ, ਗੂਗਲ ਦੇ ਕਾਰਨ ਵੀ ਆਦਤਾਂ ਖਰਾਬ ਹੋ ਗਈਆਂ ਨੇ, ਕਿਉਂਕਿ ਜੇਕਰ ਕਿਸੇ ਰੈਫਰੈਂਸ ਨੂੰ ਵੇਖਣਾ ਤਾਂ ਤੁਰੰਤ ਸ਼ਾਰਟਕਟ ਲੱਭ ਲੈਂਦੇ ਹਾਂ। ਤਾਂ ਕੁਝ ਆਦਤਾਂ ਜੋ ਸਾਰਿਆਂ ਦੀਆਂ ਵਿਗੜੀਆਂ ਨੇ, ਮੇਰੀ ਵੀ ਵਿਗੜੀ ਹੈ। ਚਲੋ ਦੋਸਤੋ, ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ, ਅਤੇ ਮੈਂ ਤੁਹਾਡੇ ਮਾਧਿਅਮ ਨਾਲ NCC ਦੇ ਸਾਰੇ ਕੈਡੇਟਸ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ। ਬਹੁਤ-ਬਹੁਤ ਧੰਨਵਾਦ ਦੋਸਤੋ। ਥੈਂਕ ਯੂ। ਬਹੁਤ-ਬਹੁਤ ਧੰਨਵਾਦ ਸਰ। ਥੈਂਕ ਯੂ ਸਰ, ਥੈਂਕ ਯੂ ਜੀ। ਜੈ ਹਿੰਦ ਸਰ। ਜੈ ਹਿੰਦ ਸਰ। ਥੈਂਕ ਯੂ, ਥੈਂਕ ਯੂ, ਜੈ ਹਿੰਦ। ਮੇਰੇ ਪਿਆਰੇ ਦੇਸ਼-ਵਾਸੀਓ, ਸਾਨੂੰ ਸਾਰੇ ਭਾਰਤ ਵਾਸੀਆਂ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ 7 ਦਸੰਬਰ ਨੂੰ ਆਰਮਡ ਫੋਰਸਿਸ ਫਲੈਗ ਡੇ ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੈ ਜਦੋਂ ਅਸੀਂ ਆਪਣੇ ਵੀਰ ਸੈਨਿਕਾਂ ਨੂੰ, ਉਹਨਾਂ ਦੀ ਬਹਾਦਰੀ ਨੂੰ, ਉਹਨਾਂ ਦੇ ਬਲੀਦਾਨ ਨੂੰ ਯਾਦ ਤਾਂ ਕਰਦੇ ਹੀ ਹਾਂ, ਲੇਕਿਨ ਯੋਗਦਾਨ ਵੀ ਕਰਦੇ ਹਾਂ। ਸਿਰਫ ਸਨਮਾਨ ਦਾ ਭਾਵ ਇੰਨੇ ਨਾਲ ਗੱਲ ਬਣਦੀ ਨਹੀਂ ਹੈ, ਸਹਿਭਾਗ ਵੀ ਜ਼ਰੂਰੀ ਹੁੰਦਾ ਹੈ। ਅਤੇ 7 ਦਸੰਬਰ ਨੂੰ ਹਰ ਨਾਗਰਿਕ ਨੂੰ ਅੱਗੇ ਆਉਣਾ ਚਾਹੀਦਾ ਹੈ। ਹਰ ਇੱਕ ਦੇ ਕੋਲ ਉਸ ਦਿਨ ਆਰਮਡ ਫੋਰਸਿਸ ਦਾ ਫਲੈਗ ਹੋਣਾ ਹੀ ਚਾਹੀਦਾ ਹੈ ਅਤੇ ਹਰ ਕਿਸੇ ਦਾ ਯੋਗਦਾਨ ਵੀ ਹੋਣਾ ਚਾਹੀਦਾ ਹੈ। ਆਓ ਇਸ ਮੌਕੇ 'ਤੇ ਅਸੀਂ ਆਪਣੀ ਆਰਮਡ ਫੋਰਸਿਸ ਦੇ ਅਨੋਖੇ ਹੌਸਲੇ, ਵੀਰਤਾ ਅਤੇ ਸਮਰਪਣ ਭਾਵ ਦੇ ਪ੍ਰਤੀ ਆਭਾਰ ਵਿਅਕਤ ਕਰੀਏ ਅਤੇ ਵੀਰ ਸੈਨਿਕਾਂ ਨੂੰ ਯਾਦ ਕਰੀਏ। ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਵਿੱਚ ਫਿਟ ਇੰਡੀਆ ਮੂਵਮੈਂਟ ਤੋਂ ਤਾਂ ਤੁਸੀਂ ਜਾਣੂ ਹੋਵੋਗੇ ਹੀ। CBSE ਨੇ ਇੱਕ ਸ਼ਲਾਘਾਯੋਗ ਪਹਿਲ ਕੀਤੀ ਹੈ, ਫਿਟ ਇੰਡੀਆ ਹਫ਼ਤੇ ਦੀ। ਸਕੂਲਜ਼ ਫਿਟ ਇੰਡੀਆ ਹਫ਼ਤਾ ਦਸੰਬਰ ਮਹੀਨੇ 'ਚ ਕਦੇ ਵੀ ਮਨਾ ਸਕਦੇ ਨੇ। ਇਸ ਵਿੱਚ ਫਿਟਨੈਸ ਨੂੰ ਲੈ ਕੇ ਕਈ ਤਰ੍ਹਾਂ ਦੇ ਆਯੋਜਨ ਕੀਤੇ ਜਾਣੇ ਨੇ। ਇਹਦੇ ਵਿੱਚ ਕੁਇਜ਼, ਨਿਬੰਧ, ਲੇਖ, ਚਿੱਤਰਕਾਰੀ, ਰਵਾਇਤੀ ਅਤੇ ਸਥਾਨਕ ਖੇਡਾਂ, ਯੋਗਾਸਨ, ਡਾਂਸ ਅਤੇ ਖੇਡਾਂ ਦੇ ਮੁਕਾਬਲੇ ਸ਼ਾਮਿਲ ਨੇ। ਫਿਟ ਇੰਡੀਆ ਹਫ਼ਤੇ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਦੇ ਅਧਿਆਪਕ ਅਤੇ ਮਾਤਾ-ਪਿਤਾ ਵੀ ਭਾਗ ਲੈ ਸਕਦੇ ਨੇ। ਪਰ ਇਹ ਨਹੀਂ ਭੁੱਲਣਾ ਕਿ ਫਿਟ ਇੰਡੀਆ ਮਤਲਬ ਸਿਰਫ ਦਿਮਾਗੀ ਕਸਰਤ, ਕਾਗਜ਼ੀ ਕਸਰਤ ਜਾਂ ਲੈਪਟਾਪ ਜਾਂ ਕੰਪਿਊਟਰ 'ਤੇ ਜਾਂ ਮੋਬਾਈਲ ਫੋਨ 'ਤੇ ਫਿਟਨੈਸ ਦੀ ਐਪ ਦੇਖਦੇ ਰਹਿਣਾ ਜੀ ਨਹੀਂ। ਪਸੀਨਾ ਵਹਾਉਣਾ ਹੈ, ਖਾਣ ਦੀਆਂ ਆਦਤਾਂ ਬਦਲਣੀਆਂ ਨੇ, ਜ਼ਿਆਦਾ ਤੋਂ ਜ਼ਿਆਦਾ ਫੋਕਸ ਐਕਟੀਵਿਟੀ ਕਰਨ ਦੀ ਆਦਤ ਬਣਾਉਣੀ ਹੈ। ਮੈਂ ਦੇਸ਼ ਦੇ ਸਾਰੇ ਸੂਬਿਆਂ ਦੇ ਸਕੂਲ ਬੋਰਡ
ਤੇ ਸਕੂਲ ਪ੍ਰਬੰਧਨ ਨੂੰ ਅਪੀਲ ਕਰਦਾ ਕਿ ਹਰ ਸਕੂਲ ਵਿੱਚ ਦਸੰਬਰ ਮਹੀਨੇ 'ਚ ਫਿਟ ਇੰਡੀਆ ਹਫ਼ਤਾ ਮਨਾਇਆ ਜਾਵੇ। ਇਸ ਨਾਲ ਫਿਟਨੈਸ ਦੀ ਆਦਤ ਸਾਡੇ ਸਾਰਿਆਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਿਲ ਹੋ ਜਾਏਗੀ। ਫਿਟ ਇੰਡੀਆ ਮੂਵਮੈਂਟ ਫਿਟਨੈਸ ਨੂੰ ਲੈ ਕੇ ਸਕੂਲਾਂ ਦੀ ਰੈਂਕਿੰਗ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਰੈਂਕਿੰਗ ਨੂੰ ਹਾਸਲ ਕਰਨ ਵਾਲੇ ਸਾਰੇ ਸਕੂਲ ਫਿਟ ਇੰਡੀਆ ਲੋਗੋ ਤੇ ਫਲੈਗ ਦੀ ਵਰਤੋਂ ਵੀ ਕਰ ਸਕਣਗੇ। ਫਿਟ ਇੰਡੀਆ ਪੋਰਟਲ ਤੇ ਜਾ ਕੇ ਸਕੂਲ ਆਪਣੇ ਆਪ ਨੂੰ ਫਿਟ ਐਲਾਨ ਕਰ ਸਕਦੇ ਨੇ। ਫਿਟ ਇੰਡੀਆ 3 ਸਟਾਰ ਤੇ ਫਿਟ ਇੰਡੀਆ 5 ਸਟਾਰ ਰੇਟਿੰਗਸ ਵੀ ਦਿੱਤੀਆਂ ਜਾਣਗੀਆਂ। ਮੈਂ ਅਨੁਰੋਧ ਕਰਦਾ ਕਿ ਸਾਰੇ ਸਕੂਲ ਫਿਟ ਇੰਡੀਆ ਰੈਂਕਿੰਗ ਵਿੱਚ ਸ਼ਾਮਿਲ ਹੋਣ ਤੇ ਫਿਟ ਇੰਡੀਆ ਇੱਕ ਸਹਿਜ ਸੁਭਾਅ ਬਣੇ, ਇੱਕ ਜਨ ਅੰਦੋਲਨ ਬਣੇ, ਜਾਗਰੂਕਤਾ ਆਏ, ਇਸ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਸਾਡਾ ਦੇਸ਼ ਕਿੰਨਾ ਵਿਸ਼ਾਲ ਹੈ, ਇੰਨੀਆਂ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ, ਇੰਨਾ ਪੁਰਾਤਨ ਹੈ ਕਿ ਬਹੁਤ ਸਾਰੀਆਂ ਗੱਲਾਂ ਸਾਡੇ ਧਿਆਨ ਵਿੱਚ ਹੀ ਨਹੀਂ ਆਉਂਦੀਆਂ ਤੇ ਸੁਭਾਵਿਕ ਵੀ ਹੈ। ਵੈਸੇ ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਕੁਝ ਦਿਨ ਪਹਿਲਾਂ ਮਾਈਗੋਵ ਤੇ ਇੱਕ ਕਮੈਂਟ ਤੇ ਮੇਰੀ ਨਜ਼ਰ ਪਈ। ਇਹ ਕਮੈਂਟ ਅਸਮ ਦੇ ਨੌਗਾਮ ਦੇ ਸ਼੍ਰੀਮਾਨ ਰਮੇਸ਼ ਸ਼ਰਮਾ ਜੀ ਨੇ ਲਿਖਿਆ ਸੀ। ਉਹਨਾਂ ਨੇ ਲਿਖਿਆ, ਬ੍ਰਹਮਪੁੱਤਰ ਨਦੀ ਤੇ ਇੱਕ ਉਤਸਵ ਚੱਲ ਰਿਹਾ ਹੈ ਜਿਸ ਦਾ ਨਾਮ ਹੈ ਬ੍ਰਹਮਪੁੱਤਰ ਪੁਸ਼ਕਰ। 4 ਨਵੰਬਰ ਤੋਂ 16 ਨਵੰਬਰ ਤੱਕ ਇਹ ਉਤਸਵ ਸੀ ਤੇ ਇਸ ਬ੍ਰਹਮਪੁੱਤਰ ਪੁਸ਼ਕਰ ਵਿੱਚ ਸ਼ਾਮਿਲ ਹੋਣ ਲਈ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਕਈ ਲੋਕ ਉੱਥੇ ਪਹੁੰਚੇ ਨੇ। ਇਹ ਸੁਣ ਕੇ ਤੁਹਾਨੂੰ ਵੀ ਹੈਰਾਨਗੀ ਹੋਈ ਹੈ ਨਾ? ਹਾਂ, ਇਹੀ ਤਾਂ ਗੱਲ ਹੈ। ਇੱਕ ਅਜਿਹਾ ਮਹੱਤਵਪੂਰਨ ਉਤਸਵ ਹੈ ਤੇ ਸਾਡੇ ਪੁਰਖਿਆਂ ਨੇ ਇਸ ਦੀ ਅਜਿਹੀ ਰਚਨਾ ਕੀਤੀ ਹੈ ਕਿ ਜਦੋਂ ਪੂਰੀ ਗੱਲ ਸੁਣੋਗੇ ਤਾਂ ਤੁਹਾਨੂੰ ਹੈਰਾਨੀ ਹੋਏਗੀ। ਲੇਕਿਨ ਦੁਰਭਾਗ ਨਾਲ ਇਸ ਦਾ ਜਿੰਨਾ ਵਿਆਪਕ ਪ੍ਰਚਾਰ ਹੋਣਾ ਚਾਹੀਦਾ ਹੈ, ਜਿੰਨੀ ਦੇਸ਼ ਦੇ ਕੋਨੇ-ਕੋਨੇ 'ਚ ਜਾਣਕਾਰੀ ਹੋਣੀ ਚਾਹੀਦੀ ਹੈ, ਉਨੀ ਮਾਤਰਾ ਵਿੱਚ ਨਹੀਂ ਹੁੰਦੀ ਹੈ। ਤੇ ਇਹ ਵੀ ਗੱਲ ਸਹੀ ਹੈ ਕਿ ਇਹ ਪੂਰਾ ਆਯੋਜਨ ਇੱਕ ਤਰ੍ਹਾਂ ਨਾਲ ਇੱਕ ਦੇਸ਼, ਇੱਕ ਸੰਦੇਸ਼ ਤੇ ਅਸੀਂ ਸਭ ਇੱਕ ਹਾਂ, ਉਸ ਭਾਵ ਨੂੰ ਭਰਨ ਵਾਲਾ ਹੈ, ਤਾਕਤ ਦੇਣ ਵਾਲਾ ਹੈ। ਸਭ ਤੋਂ ਪਹਿਲਾਂ ਤਾਂ ਰਮੇਸ਼ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮਨ ਕੀ ਬਾਤ ਦੇ ਮਾਧਿਅਮ ਨਾਲ ਦੇਸ਼ਵਾਸੀਆਂ ਨਾਲ ਇਹ ਗੱਲ ਸ਼ੇਅਰ ਕਰਨ ਦਾ ਨਿਸ਼ਚਾ ਕੀਤਾ। ਤੁਸੀਂ ਦੁੱਖ ਵੀ ਵਿਅਕਤ ਕੀਤਾ ਹੈ ਕਿ ਇੰਨੀ ਮਹੱਤਵਪੂਰਨ ਗੱਲ ਦੀ ਕੋਈ ਵਿਆਪਕ ਚਰਚਾ ਨਹੀਂ ਹੁੰਦੀ, ਪ੍ਰਚਾਰ ਨਹੀਂ ਹੁੰਦਾ। ਤੁਹਾਡਾ ਦੁੱਖ ਮੈਂ ਸਮਝ ਸਕਦਾ। ਦੇਸ਼ ਵਿੱਚ ਜ਼ਿਆਦਾ ਲੋਕ ਇਸ ਵਿਸ਼ੇ ਵਿੱਚ ਨਹੀਂ ਜਾਣਦੇ। ਹਾਂ, ਜੇਕਰ ਸ਼ਾਇਦ ਕਿਸੇ ਨੇ ਇਸ ਨੂੰ ਇੰਟਰਨੈਸ਼ਨਲ ਰਿਵਰ ਫੈਸਟੀਵਲ ਕਹਿ ਦਿੱਤਾ ਹੁੰਦਾ, ਕੁਝ ਬੜੇ ਸ਼ਾਨਦਾਰ ਸ਼ਬਦਾਂ ਦੀ ਵਰਤੋਂ ਕੀਤੀ ਹੁੰਦੀ, ਤਾਂ ਸ਼ਾਇਦ ਸਾਡੇ ਦੇਸ਼ ਵਿੱਚ ਕੁਝ ਲੋਕ ਨੇ ਜੋ ਜ਼ਰੂਰ ਉਸ 'ਤੇ ਕੁਝ ਨਾ ਕੁਝ ਚਰਚਾ ਕਰਦੇ ਤੇ ਪ੍ਰਚਾਰ ਵੀ ਹੋ ਜਾਂਦਾ। ਮੇਰੇ ਪਿਆਰੇ ਦੇਸ਼ਵਾਸੀਓ, ਪੁਸ਼ਕਰਮ, ਪੁਸ਼ਕਰਾਲੂ, ਪੁਸ਼ਕਰ, ਕੀ ਤੁਸੀਂ ਇਹ ਸ਼ਬਦ ਕਦੇ ਸੁਣੇ ਨੇ? ਕੀ ਤੁਸੀਂ ਜਾਣਦੇ ਹੋ? ਤੁਹਾਨੂੰ ਪਤਾ ਹੈ ਇਹ ਕੀ ਹੈ? ਮੈਂ ਦੱਸਦਾ। ਇਹ ਦੇਸ਼ ਦੀਆਂ 12 ਵੱਖ-ਵੱਖ ਨਦੀਆਂ 'ਤੇ ਜੋ ਉਤਸਵ ਆਯੋਜਿਤ ਹੁੰਦੇ ਨੇ, ਉਹਨਾਂ ਦੇ ਭਿੰਨ-ਭਿੰਨ ਨਾਮ ਨੇ। ਹਰ ਸਾਲ ਇੱਕ ਨਦੀ 'ਤੇ, ਯਾਨੀ ਉਸ ਨਦੀ ਦਾ ਨੰਬਰ ਫਿਰ 12 ਸਾਲ ਬਾਅਦ ਲੱਗਦਾ ਹੈ ਅਤੇ ਇਹ ਉਤਸਵ ਦੇਸ਼ ਦੇ ਵੱਖ-ਵੱਖ ਕੋਨੇ ਦੀਆਂ 12 ਨਦੀਆਂ 'ਤੇ ਹੁੰਦਾ ਹੈ। ਵਾਰੀ-ਵਾਰੀ ਨਾਲ ਹੁੰਦਾ ਹੈ ਤੇ 12 ਦਿਨ ਚੱਲਦਾ ਹੈ। ਕੁੰਭ ਦੇ ਵਾਂਗ ਹੀ ਇਹ ਉਤਸਵ ਵੀ ਰਾਸ਼ਟਰੀ ਏਕਤਾ ਨੂੰ ਵਧਾਵਾ ਦਿੰਦਾ ਹੈ ਤੇ ਇੱਕ ਭਾਰਤ ਸ਼੍ਰੇਸ਼ਠ ਭਾਰਤ ਦੇ ਦਰਸ਼ਨ ਕਰਵਾਉਂਦਾ ਹੈ। ਪੁਸ਼ਕਰਮ ਇਹ ਅਜਿਹਾ ਉਤਸਵ ਹੈ ਜਿਸ ਵਿੱਚ ਨਦੀ ਦੀ ਮਹਿਮਾ, ਨਦੀ ਦਾ ਮਾਣ, ਜੀਵਨ ਵਿੱਚ ਨਦੀ ਦੀ ਮਹੱਤਤਾ ਇੱਕ ਸਹਿਜ ਰੂਪ ਨਾਲ ਉਜਾਗਰ ਹੁੰਦੀ ਹੈ। ਸਾਡੇ ਪੁਰਖਿਆਂ ਨੇ ਕੁਦਰਤ ਨੂੰ, ਵਾਤਾਵਰਣ ਨੂੰ, ਜਲ ਨੂੰ, ਜ਼ਮੀਨ ਨੂੰ, ਜੰਗਲਾਂ ਨੂੰ ਬਹੁਤ ਅਹਿਮੀਅਤ ਦਿੱਤੀ। ਉਨ੍ਹਾਂ ਨੇ ਨਦੀਆਂ ਦੇ ਮਹੱਤਵ ਨੂੰ ਸਮਝਿਆ ਤੇ ਸਮਾਜ ਨੂੰ ਨਦੀਆਂ ਦੇ ਪ੍ਰਤੀ ਸਕਾਰਾਤਮਕ ਭਾਵ ਕਿਵੇਂ ਪੈਦਾ ਹੋਵੇ, ਇੱਕ ਸੰਸਕਾਰ ਕਿਵੇਂ ਬਣੇ, ਨਦੀ ਦੇ ਨਾਲ ਸੰਸਕ੍ਰਿਤੀ ਦੀ ਧਾਰਾ, ਨਦੀ ਦੇ ਨਾਲ ਸੰਸਕਾਰ ਦੀ ਧਾਰਾ, ਨਦੀ ਦੇ ਨਾਲ ਸਮਾਜ ਨੂੰ ਜੋੜਨ ਦੀ ਕੋਸ਼ਿਸ਼, ਇਹ ਨਿਰੰਤਰ ਚੱਲਦਾ ਰਿਹਾ। ਤੇ ਮਜ਼ੇਦਾਰ ਗੱਲ ਇਹ ਹੈ ਕਿ ਸਮਾਜ ਨਦੀਆਂ ਨਾਲ ਵੀ ਜੁੜਿਆ ਤੇ ਆਪਸ ਵਿੱਚ ਵੀ ਜੁੜਿਆ। ਪਿਛਲੇ ਸਾਲ ਤਮਿਲਨਾਡੂ ਦੀ ਤਾਮੀਰ ਬਰਨੀ ਨਦੀ 'ਤੇ ਪੁਸ਼ਕਰਮ ਹੋਇਆ ਸੀ। ਇਸ ਸਾਲ ਇਹ ਬ੍ਰਹਮਪੁੱਤਰ ਨਦੀ 'ਤੇ ਆਯੋਜਿਤ ਹੋਇਆ ਤੇ ਆਉਣ ਵਾਲੇ ਸਾਲ ਤੁੰਗਭਦਰਾ ਨਦੀ ਆਂਧਰਾ ਪ੍ਰਦੇਸ਼, ਤੇਲੰਗਾਨਾ
ਤੇ ਕਰਨਾਟਕਾ ਵਿੱਚ ਆਯੋਜਿਤ ਹੋਏਗਾ। ਇੱਕ ਤਰ੍ਹਾਂ ਨਾਲ ਤੁਸੀਂ ਇਨ੍ਹਾਂ 12 ਸਥਾਨਾਂ ਦੀ ਯਾਤਰਾ ਇੱਕ ਟੂਰਿਸਟ ਸਰਕਟ ਦੇ ਰੂਪ ਵਿੱਚ ਵੀ ਕਰ ਸਕਦੇ ਹੋ। ਇੱਥੇ ਮੈਂ ਅਸਮ ਦੇ ਲੋਕਾਂ ਦੀ ਗਰਮਜੋਸ਼ੀ, ਉਨ੍ਹਾਂ ਦੀ ਮਹਿਮਾਨ ਨਵਾਜ਼ੀ ਦੀ ਸ਼ਲਾਘਾ ਕਰਨੀ ਚਾਹੁੰਦਾ, ਜਿਨ੍ਹਾਂ ਨੇ ਪੂਰੇ ਦੇਸ਼ ਤੋਂ ਆਏ ਤੀਰਥ ਯਾਤਰੀਆਂ ਦਾ ਬਹੁਤ ਸੁੰਦਰ ਸਤਿਕਾਰ ਕੀਤਾ। ਆਯੋਜਕਾਂ ਨੇ ਸਵੱਛਤਾ ਦਾ ਵੀ ਪੂਰਾ ਧਿਆਨ ਰੱਖਿਆ, ਪਲਾਸਟਿਕ ਫ੍ਰੀ ਜ਼ੋਨ ਨਿਸ਼ਚਿਤ ਕੀਤੇ, ਜਗ੍ਹਾ-ਜਗ੍ਹਾ ਬਾਇਓ ਟਾਇਲਟਸ ਦੀ ਵੀ ਵਿਵਸਥਾ ਕੀਤੀ। ਮੈਨੂੰ ਉਮੀਦ ਹੈ ਕਿ ਨਦੀਆਂ ਦੇ ਪ੍ਰਤੀ ਇਸ ਪ੍ਰਕਾਰ ਦਾ ਭਾਵ ਜਗਾਉਣ ਦਾ ਇਹ ਹਜ਼ਾਰਾਂ ਸਾਲ ਪੁਰਾਣਾ ਸਾਡਾ ਉਤਸਵ ਆਉਣ ਵਾਲੀ ਪੀੜ੍ਹੀ ਨੂੰ ਵੀ ਜੋੜੇ। ਕੁਦਰਤ, ਵਾਤਾਵਰਣ, ਪਾਣੀ, ਇਹ ਸਾਰੀਆਂ ਚੀਜ਼ਾਂ ਸਾਡੇ ਸੈਰ-ਸਪਾਟੇ ਦਾ ਵੀ ਹਿੱਸਾ ਬਣਨ, ਜੀਵਨ ਦਾ ਵੀ ਹਿੱਸਾ ਬਣਨ। ਮੇਰੇ ਪਿਆਰੇ ਦੇਸ਼ਵਾਸੀਓ, ਨਮੋ ਐਪ ਤੇ ਮੱਧ ਪ੍ਰਦੇਸ਼ ਤੋਂ ਬੇਟੀ ਸ਼ਵੇਤਾ ਲਿਖਦੀ ਹੈ ਤੇ ਉਸਨੇ ਲਿਖਿਆ ਹੈ, ਸਰ, ਮੈਂ ਕਲਾਸ 9 ਵਿੱਚ ਹਾਂ। ਮੇਰੀ ਬੋਰਡ ਦੀ ਪ੍ਰੀਖਿਆ ਵਿੱਚ ਅਜੇ 1 ਸਾਲ ਦਾ ਸਮਾਂ ਹੈ, ਲੇਕਿਨ ਮੈਂ ਸਟੂਡੈਂਟਸ ਤੇ ਐਗਜ਼ਾਮ ਵਾਰੀਅਰਸ ਦੇ ਨਾਲ ਤੁਹਾਡੀ ਗੱਲਬਾਤ ਲਗਾਤਾਰ ਸੁਣਦੀ ਹਾਂ। ਮੈਂ ਤੁਹਾਨੂੰ ਇਸ ਲਈ ਲਿਖਿਆ ਹੈ ਕਿਉਂਕਿ ਤੁਸੀਂ ਹੁਣ ਤੱਕ ਸਾਨੂੰ ਦੱਸਿਆ ਨਹੀਂ ਕਿ ਅਗਲੀ ਪ੍ਰੀਖਿਆ 'ਤੇ ਚਰਚਾ ਕਦੋਂ ਹੋਏਗੀ। ਕਿਰਪਾ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਕਰੋ। ਜੇਕਰ ਸੰਭਵ ਹੋਵੇ ਤਾਂ ਜਨਵਰੀ ਵਿੱਚ ਹੀ ਇਸ ਪ੍ਰੋਗਰਾਮ ਦਾ ਆਯੋਜਨ ਕਰੋ। ਸਾਥੀਓ, ਮਨ ਕੀ ਬਾਤ ਦੇ ਬਾਰੇ ਮੈਨੂੰ ਇਹੀ ਗੱਲ ਚੰਗੀ ਲੱਗਦੀ ਹੈ। ਮੇਰੇ ਨੌਜਵਾਨ ਦੋਸਤ ਮੈਨੂੰ ਜਿਸ ਅਧਿਕਾਰ ਤੇ ਪਿਆਰ ਦੇ ਨਾਲ ਸ਼ਿਕਾਇਤ ਕਰਦੇ ਨੇ, ਆਦੇਸ਼ ਦਿੰਦੇ ਨੇ, ਸੁਝਾਅ ਦਿੰਦੇ ਨੇ, ਇਹ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਸ਼ਵੇਤਾ ਜੀ, ਤੁਸੀਂ ਬਹੁਤ ਹੀ ਸਹੀ ਸਮੇਂ 'ਤੇ ਇਸ ਵਿਸ਼ੇ ਨੂੰ ਉਠਾਇਆ ਹੈ। ਪ੍ਰੀਖਿਆਵਾਂ ਆਉਣ ਵਾਲੀਆਂ ਨੇ ਤਾਂ ਹਰ ਸਾਲ ਦੀ ਤਰ੍ਹਾਂ ਅਸੀਂ ਪ੍ਰੀਖਿਆ 'ਤੇ ਚਰਚਾ ਵੀ ਕਰਨੀ ਹੈ। ਤੁਹਾਡੀ ਗੱਲ ਸਹੀ ਹੈ, ਇਸ ਪ੍ਰੋਗਰਾਮ ਨੂੰ ਥੋੜ੍ਹਾ ਪਹਿਲਾਂ ਆਯੋਜਿਤ ਕਰਨ ਦੀ ਲੋੜ ਹੈ। ਪਿਛਲੇ ਪ੍ਰੋਗਰਾਮ ਦੇ ਬਾਅਦ ਕਈ ਲੋਕਾਂ ਨੇ ਇਸ ਨੂੰ ਹੋਰ ਜ਼ਿਆਦਾ ਪ੍ਰਭਾਵੀ ਬਣਾਉਣ ਦੇ ਲਈ ਆਪਣੇ ਸੁਝਾਅ ਵੀ ਭੇਜੇ ਨੇ ਤੇ ਸ਼ਿਕਾਇਤ ਵੀ ਕੀਤੀ ਸੀ ਕਿ ਪਿਛਲੀ ਵਾਰ ਦੇਰ ਨਾਲ ਹੋਇਆ ਸੀ, ਪ੍ਰੀਖਿਆ ਇੱਕਦਮ ਨਜ਼ਦੀਕ ਆ ਗਈ ਸੀ। ਤੇ ਸ਼ਵੇਤਾ ਦਾ ਸੁਝਾਅ ਸਹੀ ਹੈ ਕਿ ਮੈਨੂੰ ਇਸ ਨੂੰ ਜਨਵਰੀ ਵਿੱਚ ਕਰਨਾ ਚਾਹੀਦਾ ਹੈ। HRD ਮਿਨਿਸਟਰੀ ਤੇ ਮਾਈਗੋਵ ਦੀ ਟੀਮ ਮਿਲ ਕੇ ਇਸ 'ਤੇ ਕੰਮ ਕਰ ਰਹੇ ਨੇ। ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਵਾਰ ਪ੍ਰੀਖਿਆ 'ਤੇ ਚਰਚਾ ਜਨਵਰੀ ਦੇ ਸ਼ੁਰੂ ਵਿੱਚ ਜਾਂ ਵਿਚਕਾਰ ਜਿਹੇ ਹੋ ਜਾਏ। ਦੇਸ਼ ਭਰ ਦੇ ਵਿਦਿਆਰਥੀ ਸਾਥੀਆਂ ਦੇ ਕੋਲ 2 ਮੌਕੇ ਨੇ। ਪਹਿਲਾ, ਆਪਣੇ ਸਕੂਲ ਤੋਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ। ਦੂਸਰਾ, ਇੱਥੇ ਦਿੱਲੀ ਵਿੱਚ ਹੋਣ ਵਾਲੇ ਪ੍ਰੋਗਰਾਮ 'ਚ ਹਿੱਸਾ ਲੈਣਾ। ਦਿੱਲੀ ਦੇ ਲਈ ਦੇਸ਼ ਭਰ ਤੋਂ ਵਿਦਿਆਰਥੀਆਂ ਦੀ ਚੋਣ ਮਾਈਗੋਵ ਦੇ ਮਾਧਿਅਮ ਨਾਲ ਕੀਤੀ ਜਾਏਗੀ। ਸਾਥੀਓ, ਅਸੀਂ ਸਾਰਿਆਂ ਨੇ ਮਿਲ ਕੇ ਪ੍ਰੀਖਿਆ ਦੇ ਡਰ ਨੂੰ ਭਜਾਉਣਾ ਹੈ। ਮੇਰੇ ਨੌਜਵਾਨ ਸਾਥੀ ਪ੍ਰੀਖਿਆਵਾਂ ਦੇ ਸਾਹਮਣੇ ਹੱਸਦੇ, ਖਿੜਖਿੜਾਉਂਦੇ ਦਿਸਣ, ਪੇਰੈਂਟਸ ਤਣਾਅ ਮੁਕਤ ਹੋਣ, ਟੀਚਰਸ ਸੰਤੁਸ਼ਟ ਹੋਣ। ਇਸੇ ਉਦੇਸ਼ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਅਸੀਂ ਮਨ ਕੀ ਬਾਤ ਦੇ ਮਾਧਿਅਮ ਨਾਲ ਪ੍ਰੀਖਿਆ 'ਤੇ ਚਰਚਾ ਟਾਊਨ ਹਾਲ ਦੇ ਮਾਧਿਅਮ ਨਾਲ ਜਾਂ ਫਿਰ ਐਗਜ਼ਾਮ ਵਾਰੀਅਰਸ ਬੁੱਕ ਦੇ ਮਾਧਿਅਮ ਨਾਲ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਇਸ ਮਿਸ਼ਨ ਨੂੰ ਦੇਸ਼ ਭਰ ਦੇ ਵਿਦਿਆਰਥੀਆਂ ਨੇ, ਪੇਰੈਂਟਸ ਨੇ ਤੇ ਟੀਚਰਸ ਨੇ ਗਤੀ ਦਿੱਤੀ। ਇਸ ਦੇ ਲਈ ਮੈਂ ਇਹਨਾਂ ਸਾਰਿਆਂ ਦਾ ਆਭਾਰੀ ਹਾਂ ਤੇ ਆਉਣ ਵਾਲੀ ਪ੍ਰੀਖਿਆ ਚਰਚਾ ਦਾ ਪ੍ਰੋਗਰਾਮ ਅਸੀਂ ਸਾਰੇ ਮਿਲ ਕੇ ਮਨਾਈਏ। ਤੁਹਾਨੂੰ ਸਾਰਿਆਂ ਨੂੰ ਸੱਦਾ ਹੈ। ਸਾਥੀਓ, ਪਿਛਲੀ ਮਨ ਕੀ ਬਾਤ ਵਿੱਚ ਅਸੀਂ 2010 ਵਿੱਚ ਅਯੋਧਿਆ ਮਾਮਲੇ ਵਿੱਚ ਆਏ ਇਲਾਹਾਬਾਦ ਹਾਈ ਕੋਰਟ ਦੇ ਜੱਜਮੈਂਟ ਦੇ ਬਾਰੇ ਚਰਚਾ ਕੀਤੀ ਸੀ ਤੇ ਮੈਂ ਕਿਹਾ ਸੀ ਕਿ ਦੇਸ਼ ਨੇ ਉਦੋਂ ਕਿਸ ਤਰ੍ਹਾਂ ਨਾਲ ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਿਆ ਸੀ, ਫੈਸਲਾ ਆਉਣ ਤੋਂ ਪਹਿਲਾਂ ਵੀ ਤੇ ਫੈਸਲਾ ਆਉਣ ਤੋਂ ਬਾਅਦ ਵੀ। ਇਸ ਵਾਰ ਵੀ ਜਦੋਂ 9 ਨਵੰਬਰ ਨੂੰ ਸੁਪਰੀਮ ਕੋਰਟ ਦਾ ਜੱਜਮੈਂਟ ਆਇਆ ਤਾਂ 130 ਕਰੋੜ ਭਾਰਤੀਆਂ ਨੇ ਫਿਰ ਤੋਂ ਇਹ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਦੇ ਲਈ ਦੇਸ਼ ਦੇ ਹਿੱਤ ਤੋਂ ਵੱਧ ਕੇ ਕੁਝ ਨਹੀਂ ਹੈ। ਦੇਸ਼ ਦੀ ਸ਼ਾਂਤੀ, ਏਕਤਾ ਤੇ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਸਭ ਤੋਂ ਉੱਪਰ ਨੇ। ਰਾਮ ਮੰਦਿਰ ਬਾਰੇ ਜਦੋਂ ਫੈਸਲਾ ਆਇਆ ਤਾਂ ਪੂਰੇ ਦੇਸ਼ ਨੇ ਉਸ ਨੂੰ ਦਿਲ ਖੋਲ੍ਹ ਕੇ ਗਲੇ ਲਾਇਆ, ਪੂਰੀ ਸਹਿਜਤਾ ਤੇ ਸ਼ਾਂਤੀ ਦੇ ਨਾਲ ਸਵੀਕਾਰ ਕੀਤਾ। ਅੱਜ ਮਨ ਕੀ ਬਾਤ ਦੇ ਮਾਧਿਅਮ ਨਾਲ ਮੈਂ ਦੇਸ਼ਵਾਸੀਆਂ ਦੀ ਸ਼ਲਾਘਾ ਕਰਦਾ, ਧੰਨਵਾਦ ਦੇਣਾ ਚਾਹੁੰਦਾ। ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਧੀਰਜ, ਸੰਜਮ ਤੇ ਪਰਪੱਕਤਾ ਦਿਖਾਈ ਹੈ, ਮੈਂ ਉਸ ਦੇ ਲਈ ਵਿਸ਼ੇਸ਼ ਆਭਾਰ ਪ੍ਰਗਟ ਕਰਨਾ ਚਾਹੁੰਦਾ। ਇੱਕ ਪਾਸੇ ਜਿੱਥੇ ਲੰਮੇ ਸਮੇਂ ਤੋਂ ਬਾਅਦ ਕਾਨੂੰਨੀ ਲੜਾਈ ਖਤਮ ਹੋਈ ਹੈ, ਉੱਥੇ ਹੀ ਦੂਜੇ ਪਾਸੇ ਨਿਆਂਪਾਲਿਕਾ ਦੇ ਪ੍ਰਤੀ ਦੇਸ਼ ਦਾ ਸਨਮਾਨ ਹੋਰ ਵਧਿਆ ਹੈ।
ਸਹੀ ਅਰਥਾਂ ਵਿੱਚ ਇਹ ਫੈਸਲਾ ਸਾਡੀ ਨਿਆਂਪਾਲਿਕਾ ਦੇ ਲਈ ਵੀ ਮੀਲ ਦਾ ਪੱਥਰ ਸਾਬਿਤ ਹੋਇਆ ਹੈ। ਸੁਪਰੀਮ ਕੋਰਟ ਦੇ ਇਸ ਇਤਿਹਾਸਿਕ ਫੈਸਲੇ ਤੋਂ ਬਾਅਦ ਹੁਣ ਦੇਸ਼ ਨਵੀਆਂ ਉਮੀਦਾਂ ਅਤੇ ਨਵੀਆਂ ਆਸ਼ਾਵਾਂ ਦੇ ਨਾਲ ਨਵੇਂ ਰਸਤੇ ਤੇ ਨਵੇਂ ਇਰਾਦੇ ਲੈ ਕੇ ਚੱਲ ਪਿਆ ਹੈ। ਨਿਊ ਇੰਡੀਆ ਇਸੇ ਭਾਵਨਾ ਨੂੰ ਅਪਣਾ ਕੇ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦੇ ਨਾਲ ਅੱਗੇ ਵਧੇ, ਇਹੀ ਮੇਰੀ ਕਾਮਨਾ ਹੈ। ਇਹੀ ਸਾਡੇ ਸਾਰਿਆਂ ਦੀ ਕਾਮਨਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਸਾਡਾ ਸੱਭਿਆਚਾਰ, ਸੰਸਕ੍ਰਿਤੀ ਅਤੇ ਭਾਸ਼ਾਵਾਂ ਪੂਰੇ ਵਿਸ਼ਵ ਨੂੰ ਵਿਭਿੰਨਤਾ ਵਿੱਚ ਏਕਤਾ ਦਾ ਸੰਦੇਸ਼ ਦਿੰਦੀਆਂ ਨੇ। 130 ਕਰੋੜ ਭਾਰਤੀਆਂ ਦਾ ਇਹ ਉਹ ਦੇਸ਼ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਕੋਸ-ਕੋਸ ਤੇ ਪਾਣੀ ਬਦਲੇ ਤੇ 4 ਕੋਸ ਤੇ ਵਾਣੀ। ਸਾਡੀ ਭਾਰਤ ਭੂਮੀ 'ਤੇ ਸੈਂਕੜੇ ਭਾਸ਼ਾਵਾਂ ਸਦੀਆਂ ਤੋਂ ਵੱਧਦੀਆਂ ਫੁੱਲਦੀਆਂ ਰਹੀਆਂ ਨੇ। ਹਾਲਾਂਕਿ ਸਾਨੂੰ ਇਸ ਗੱਲ ਦੀ ਵੀ ਚਿੰਤਾ ਹੁੰਦੀ ਹੈ ਕਿ ਕਿਤੇ ਭਾਸ਼ਾਵਾਂ ਅਤੇ ਬੋਲੀਆਂ ਖਤਮ ਤਾਂ ਨਹੀਂ ਹੋ ਜਾਣਗੀਆਂ। ਪਿਛਲੇ ਦਿਨੀਂ ਮੈਨੂੰ ਉੱਤਰਾਖੰਡ ਦੇ ਧਾਰਚੁਲਾ ਦੀ ਕਹਾਣੀ ਪੜ੍ਹਨ ਨੂੰ ਮਿਲੀ। ਮੈਨੂੰ ਕਾਫੀ ਸੰਤੋਸ਼ ਮਿਲਿਆ। ਇਸ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਲੋਕ ਆਪਣੀਆਂ ਭਾਸ਼ਾਵਾਂ, ਉਸ ਨੂੰ ਵਧਾਵਾ ਦੇਣ ਦੇ ਲਈ ਅੱਗੇ ਆ ਰਹੇ ਨੇ, ਕੁਝ ਇਨੋਵੇਟਿਵ ਕਰ ਰਹੇ ਨੇ। ਧਾਰਚੁਲਾ ਖ਼ਬਰ ਵੱਲ ਮੇਰਾ ਧਿਆਨ ਵੀ ਇਸ ਲਈ ਗਿਆ ਕਿ ਕਿਸੇ ਸਮੇਂ ਮੈਂ ਧਾਰਚੁਲਾ ਵਿੱਚ ਆਉਂਦੇ ਜਾਂਦੇ ਰੁਕਿਆ ਕਰਦਾ ਸੀ। ਉਸ ਪਾਰ ਨੇਪਾਲ, ਇਸ ਪਾਰ ਕਾਲੀ ਗੰਗਾ, ਤਾਂ ਸੁਭਾਵਿਕ ਧਾਰਚੁਲਾ ਸੁਣਦਿਆਂ ਹੀ ਇਸ ਖ਼ਬਰ 'ਤੇ ਮੇਰਾ ਧਿਆਨ ਗਿਆ। ਪਿਥੌਰਾਗੜ੍ਹ ਦੇ ਧਾਰਚੁਲਾ ਵਿੱਚ ਰੰਗ ਸਮੁਦਾਇ ਦੇ ਕਾਫੀ ਲੋਕ ਰਹਿੰਦੇ ਨੇ। ਇਨ੍ਹਾਂ ਦੀ ਆਪਸੀ ਬੋਲਚਾਲ ਦੀ ਭਾਸ਼ਾ ਰਗਲੋ ਹੈ। ਇਹ ਲੋਕ ਇਸ ਗੱਲ ਨੂੰ ਸੋਚ ਕੇ ਬਹੁਤ ਦੁਖੀ ਹੋ ਜਾਂਦੇ ਸਨ ਕਿ ਇਨ੍ਹਾਂ ਦੀ ਭਾਸ਼ਾ ਬੋਲਣ ਵਾਲੇ ਲੋਕ ਲਗਾਤਾਰ ਘੱਟ ਹੁੰਦੇ ਜਾ ਰਹੇ ਨੇ। ਫਿਰ ਕੀ ਸੀ, ਇੱਕ ਦਿਨ ਇਨ੍ਹਾਂ ਸਾਰਿਆਂ ਨੇ ਆਪਣੀ ਭਾਸ਼ਾ ਨੂੰ ਬਚਾਉਣ ਦਾ ਸੰਕਲਪ ਲੈ ਲਿਆ। ਵੇਖਦਿਆਂ ਹੀ ਵੇਖਦਿਆਂ ਇਸ ਮਿਸ਼ਨ ਵਿੱਚ ਰੰਗ ਸਮੁਦਾਇ ਦੇ ਲੋਕ ਜੁੜਦੇ ਚਲੇ ਗਏ। ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਸਮੁਦਾਇ ਦੇ ਲੋਕਾਂ ਦੀ ਸੰਖਿਆ ਗਿਣਤੀ ਭਰ ਦੀ ਹੈ। ਮੋਟਾ-ਮੋਟਾ ਅੰਦਾਜ਼ਾ ਲਾ ਸਕਦੇ ਹਾਂ ਕਿ ਸ਼ਾਇਦ 10,000 ਹੋਵੇ। ਲੇਕਿਨ ਰੰਗ ਭਾਸ਼ਾ ਨੂੰ ਬਚਾਉਣ ਦੇ ਲਈ ਹਰ ਕੋਈ ਜੁਟ ਗਿਆ। ਭਾਵੇਂ 84 ਸਾਲ ਦੇ ਬਜ਼ੁਰਗ ਦੀਵਾਨ ਸਿੰਘ ਹੋਣ ਜਾਂ 22 ਸਾਲਾਂ ਦੀ ਨੌਜਵਾਨ ਲੜਕੀ ਵੈਸ਼ਾਲੀ ਗਬਰਿਆਲ, ਪ੍ਰੋਫੈਸਰ ਜਾਂ ਵਪਾਰੀ, ਹਰ ਕੋਈ ਹਰ ਸੰਭਵ ਕੋਸ਼ਿਸ਼ ਵਿੱਚ ਲੱਗ ਗਿਆ। ਇਸ ਮਿਸ਼ਨ ਵਿੱਚ ਸੋਸ਼ਲ ਮੀਡੀਆ ਦੀ ਵੀ ਭਰਪੂਰ ਵਰਤੋਂ ਕੀਤੀ ਗਈ। ਕਈ WhatsApp ਗਰੁੱਪ ਬਣਾਏ ਗਏ, ਸੈਂਕੜੇ ਲੋਕਾਂ ਨੂੰ ਉਸ 'ਤੇ ਵੀ ਜੋੜਿਆ ਗਿਆ। ਇਸ ਭਾਸ਼ਾ ਦੀ ਕੋਈ ਲਿਪੀ ਨਹੀਂ ਹੈ, ਸਿਰਫ ਬੋਲਚਾਲ ਵਿੱਚ ਹੀ ਇੱਕ ਤਰ੍ਹਾਂ ਨਾਲ ਚੱਲਣ ਹੈ। ਇਸ ਕਰਕੇ ਲੋਕ ਕਹਾਣੀਆਂ, ਕਵਿਤਾਵਾਂ ਅਤੇ ਗਾਣੇ ਪੋਸਟ ਕਰਨ ਲੱਗੇ, ਇੱਕ ਦੂਸਰੇ ਦੀ ਭਾਸ਼ਾ ਠੀਕ ਕਰਨ ਲੱਗੇ। ਇੱਕ ਤਰ੍ਹਾਂ ਨਾਲ WhatsApp ਹੀ ਕਲਾਸਰੂਮ ਬਣ ਗਿਆ, ਜਿੱਥੇ ਹਰ ਕੋਈ ਅਧਿਆਪਕ ਵੀ ਹੈ ਅਤੇ ਵਿਦਿਆਰਥੀ ਵੀ। ਰੰਗ ਲੋਕ ਭਾਸ਼ਾ ਨੂੰ ਸੁਰੱਖਿਅਤ ਕਰਨ ਦੀ ਇਹ ਇੱਕ ਕੋਸ਼ਿਸ਼ ਹੈ। ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਰਸਾਲਾ ਕੱਢਿਆ ਜਾ ਰਿਹਾ ਹੈ ਅਤੇ ਇਸ ਵਿੱਚ ਸਮਾਜਿਕ ਸੰਸਥਾਵਾਂ ਦੀ ਵੀ ਮਦਦ ਮਿਲ ਰਹੀ ਹੈ। ਸਾਥੀਓ, ਖਾਸ ਗੱਲ ਇਹ ਵੀ ਹੈ ਕਿ ਸੰਯੁਕਤ ਰਾਸ਼ਟਰ ਨੇ ਸਾਲ 2019 ਯਾਨੀ ਇਸ ਸਾਲ ਨੂੰ ਇੰਟਰਨੈਸ਼ਨਲ ਈਅਰ ਆਫ ਇੰਡੀਜੀਨਸ ਲੈਂਗੁਏਜਿਸ ਐਲਾਨਿਆ। ਯਾਨੀ ਉਨ੍ਹਾਂ ਭਾਸ਼ਾਵਾਂ ਨੂੰ ਸੁਰੱਖਿਅਤ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜੋ ਲੁਪਤ ਹੋਣ ਦੇ ਕੰਢੇ ਨੇ। 150 ਸਾਲ ਪਹਿਲਾਂ ਆਧੁਨਿਕ ਹਿੰਦੀ ਦੇ ਜਨਕ ਭਾਰਤੇਂਦੂ ਹਰੀਸ਼ ਚੰਦਰ ਜੀ ਨੇ ਵੀ ਕਿਹਾ ਸੀ ਕਿ ਨਿਜ ਭਾਸ਼ਾ ਉਨਤੀ ਹੈ, ਸਭ ਉਨਤੀ ਕੋ ਮੂਲ, ਬਿਨ ਨਿਜ ਭਾਸ਼ਾ ਗਿਆਨ ਕੇ ਮਿਟਤ ਨਾ ਹੈ ਕੋ ਸੂਲ। ਅਰਥਾਤ ਮਾਤਰ ਭਾਸ਼ਾ ਦੇ ਗਿਆਨ ਤੋਂ ਬਿਨਾਂ ਤਰੱਕੀ ਸੰਭਵ ਨਹੀਂ। ਇਸ ਲਈ ਰੰਗ ਸਮੁਦਾਇ ਦੀ ਇਹ ਪਹਿਲ ਪੂਰੀ ਦੁਨੀਆ ਨੂੰ ਇੱਕ ਰਾਹ ਵਿਖਾਉਣ ਵਾਲੀ ਹੈ। ਜੇਕਰ ਤੁਸੀਂ ਵੀ ਇਸ ਕਹਾਣੀ ਤੋਂ ਪ੍ਰੇਰਿਤ ਹੋਏ ਹੋ ਤਾਂ ਅੱਜ ਤੋਂ ਹੀ ਆਪਣੀ ਮਾਤਰ ਭਾਸ਼ਾ ਜਾਂ ਬੋਲੀ ਦੀ ਖੁਦ ਵਰਤੋਂ ਕਰੋ। ਪਰਿਵਾਰ ਨੂੰ, ਸਮਾਜ ਨੂੰ ਪ੍ਰੇਰਿਤ ਕਰੋ। 19ਵੀਂ ਸਦੀ ਦੇ ਆਖਰੀ ਕਾਲ ਵਿੱਚ ਮਹਾਕਵੀ ਸੁਬਰਾਮਨਿਅਮ ਭਾਰਤੀ ਜੀ ਨੇ ਕਿਹਾ ਸੀ ਅਤੇ ਤਮਿਲ ਵਿੱਚ ਕਿਹਾ ਸੀ। ਉਹ ਵੀ ਸਾਡੇ ਵਾਸਤੇ ਬਹੁਤ ਹੀ ਪ੍ਰੇਰਕ ਨੇ। ਸੁਬਰਾਮਨਿਅਮ ਭਾਰਤੀ ਜੀ ਨੇ ਤਮਿਲ ਭਾਸ਼ਾ ਵਿੱਚ ਕਿਹਾ ਸੀ, ਮੁੱਪਦੂ ਕੋਡੀ ਮੁਗਮ ਡਯਾਲ ਓਇਰ ਮੋਯੰਬਰ ਓਂਦਰੂ ਡਯਾਲ ਇਵਲ ਸੇਪੂ ਮੋਲੀ ਪਦਿਨੇ ਟੁਡਯਾਲ ਏਨਿਲ ਸਿੰਧੇਨੇ ਓਂਦਰੂ ਡਯਾਲ। ਅਤੇ ਉਸ ਸਮੇਂ ਇਹ 19ਵੀਂ ਸਦੀ ਦੇ ਅਖੀਰਲੇ ਸਮੇਂ ਦੀ ਗੱਲ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਭਾਰਤ ਮਾਤਾ ਦੇ 30 ਕਰੋੜ ਚਿਹਰੇ ਨੇ ਪਰ ਸਰੀਰ ਇੱਕ ਹੈ। ਇਹ 18 ਭਾਸ਼ਾਵਾਂ ਬੋਲਦੀ ਹੈ
ਪਰ ਸੋਚ ਇੱਕ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਕਦੇ-ਕਦੇ ਜੀਵਨ ਵਿੱਚ ਛੋਟੀਆਂ-ਛੋਟੀਆਂ ਗੱਲਾਂ ਵੀ ਸਾਨੂੰ ਬਹੁਤ ਵੱਡਾ ਸੰਦੇਸ਼ ਦੇ ਜਾਂਦੀਆਂ ਨੇ। ਹੁਣ ਵੇਖੋ ਨਾ, ਮੀਡੀਆ ਵਿੱਚ ਹੀ ਸਕੂਬਾ ਡਾਈਵਰਸ ਦੀ ਇੱਕ ਸਟੋਰੀ ਪੜ੍ਹ ਰਿਹਾ ਸਾਂ। ਇਹ ਇੱਕ ਅਜਿਹੀ ਕਹਾਣੀ ਹੈ ਜੋ ਹਰ ਭਾਰਤਵਾਸੀ ਨੂੰ ਪ੍ਰੇਰਿਤ ਕਰਨ ਵਾਲੀ ਹੈ। ਵਿਸ਼ਾਖਾਪਟਨਮ ਵਿੱਚ ਗੋਤਾਖੋਰੀ ਦੀ ਟ੍ਰੇਨਿੰਗ ਦੇਣ ਵਾਲੇ ਸਕੂਬਾ ਡਾਈਵਰਸ ਇੱਕ ਦਿਨ ਮੰਗਾ ਮੈਰੀਪੇਟਾ ਬੀਚ ਤੇ ਸਮੁੰਦਰ ਤੋਂ ਵਾਪਸ ਆ ਰਹੇ ਸਨ ਤਾਂ ਸਮੁੰਦਰ ਵਿੱਚ ਤੈਰਦੀਆਂ ਹੋਈਆਂ ਕੁਝ ਪਲਾਸਟਿਕ ਦੀਆਂ ਬੋਤਲਾਂ ਤੇ ਪਾਊਚ ਨਾਲ ਟਕਰਾ ਰਹੇ ਸਨ। ਇਸ ਨੂੰ ਸਾਫ਼ ਕਰਦਿਆਂ ਹੋਇਆਂ ਉਹਨਾਂ ਨੂੰ ਮਾਮਲਾ ਬੜਾ ਗੰਭੀਰ ਲੱਗਾ। ਸਾਡਾ ਸਮੁੰਦਰ ਕਿਸ ਤਰ੍ਹਾਂ ਕਚਰੇ ਨਾਲ ਭਰ ਦਿੱਤਾ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਇਹ ਗੋਤਾਖੋਰ ਸਮੁੰਦਰ ਵਿੱਚ ਤੱਟ ਤੋਂ ਲਗਭਗ 100 ਮੀਟਰ ਦੂਰ ਜਾਂਦੇ ਨੇ, ਡੂੰਘੇ ਪਾਣੀ ਵਿੱਚ ਗੋਤਾ ਲਾਉਂਦੇ ਨੇ ਤੇ ਫਿਰ ਉੱਥੇ ਮੌਜੂਦ ਕਚਰੇ ਨੂੰ ਬਾਹਰ ਕੱਢਦੇ ਨੇ। ਮੈਨੂੰ ਦੱਸਿਆ ਗਿਆ ਹੈ ਕਿ 13 ਦਿਨਾਂ ਵਿੱਚ ਹੀ, ਯਾਨੀ 2 ਹਫ਼ਤਿਆਂ ਦੇ ਅੰਦਰ-ਅੰਦਰ ਅੰਦਾਜ਼ਨ 4000 ਕਿਲੋ ਤੋਂ ਜ਼ਿਆਦਾ ਪਲਾਸਟਿਕ ਵੇਸਟ ਉਨ੍ਹਾਂ ਨੇ ਸਮੁੰਦਰ ਤੋਂ ਕੱਢਿਆ ਹੈ। ਇਨ੍ਹਾਂ ਸਕੂਬਾ ਡਾਈਵਰਸ ਦੀ ਛੋਟੀ ਜਿਹੀ ਸ਼ੁਰੂਆਤ ਇੱਕ ਵੱਡੀ ਮੁਹਿੰਮ ਦਾ ਰੂਪ ਲੈਂਦੀ ਜਾ ਰਹੀ ਹੈ। ਇਨ੍ਹਾਂ ਨੂੰ ਹੁਣ ਸਥਾਨਕ ਲੋਕਾਂ ਦੀ ਵੀ ਮਦਦ ਮਿਲਣ ਲੱਗੀ ਹੈ। ਆਲੇ-ਦੁਆਲੇ ਦੇ ਮਛੇਰੇ ਵੀ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਲੱਗੇ ਨੇ। ਜ਼ਰਾ ਸੋਚੋ, ਇਸ ਸਕੂਬਾ ਡਾਈਵਰਸ ਤੋਂ ਪ੍ਰੇਰਣਾ ਲੈ ਕੇ ਜੇਕਰ ਅਸੀਂ ਵੀ ਸਿਰਫ ਆਪਣੇ ਆਲੇ-ਦੁਆਲੇ ਦੇ ਇਲਾਕੇ ਨੂੰ ਪਲਾਸਟਿਕ ਦੇ ਕਚਰੇ ਤੋਂ ਮੁਕਤ ਕਰਨ ਦਾ ਸੰਕਲਪ ਲਈਏ ਤਾਂ ਪਲਾਸਟਿਕ ਮੁਕਤ ਭਾਰਤ ਪੂਰੀ ਦੁਨੀਆ ਲਈ ਇੱਕ ਨਵੀਂ ਮਿਸਾਲ ਪੇਸ਼ ਕਰ ਸਕਦਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, 2 ਦਿਨ ਬਾਅਦ 26 ਨਵੰਬਰ ਹੈ। ਇਹ ਦਿਨ ਪੂਰੇ ਦੇਸ਼ ਦੇ ਲਈ ਬਹੁਤ ਖਾਸ ਹੈ। ਸਾਡੇ ਗਣਤੰਤਰ ਦੇ ਲਈ ਵਿਸ਼ੇਸ਼ ਰੂਪ ਵਿੱਚ ਮਹੱਤਵਪੂਰਨ ਹੈ, ਕਿਉਂਕਿ ਇਸ ਦਿਨ ਨੂੰ ਅਸੀਂ ਸੰਵਿਧਾਨ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ ਤੇ ਇਸ ਵਾਰ ਦਾ ਸੰਵਿਧਾਨ ਦਿਵਸ ਆਪਣੇ ਆਪ ਵਿੱਚ ਖਾਸ ਹੈ, ਕਿਉਂਕਿ ਇਸ ਵਾਰ ਸੰਵਿਧਾਨ ਨੂੰ ਅਪਣਾਉਣ ਦੇ 70 ਸਾਲ ਪੂਰੇ ਹੋ ਰਹੇ ਨੇ। ਇਸ ਵਾਰ ਇਸ ਮੌਕੇ ਤੇ ਪਾਰਲੀਮੈਂਟ ਵਿੱਚ ਵਿਸ਼ੇਸ਼ ਆਯੋਜਨ ਹੋਏਗਾ ਤੇ ਫਿਰ ਸਾਲ ਭਰ ਪੂਰੇ ਦੇਸ਼ ਵਿੱਚ ਵੱਖ-ਵੱਖ ਪ੍ਰੋਗਰਾਮ ਹੋਣਗੇ। ਆਓ ਇਸ ਮੌਕੇ ਤੇ ਅਸੀਂ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਆਦਰਪੂਰਵਕ ਨਮਨ ਕਰੀਏ, ਆਪਣੀ ਸ਼ਰਧਾ ਅਰਪਿਤ ਕਰੀਏ। ਭਾਰਤ ਦਾ ਸੰਵਿਧਾਨ ਅਜਿਹਾ ਹੈ ਜੋ ਹਰ ਨਾਗਰਿਕ ਦੇ ਅਧਿਕਾਰਾਂ ਤੇ ਸਨਮਾਨ ਦੀ ਰੱਖਿਆ ਕਰਦਾ ਹੈ ਤੇ ਇਹ ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਦੂਰਅੰਦੇਸ਼ੀ ਦੀ ਵਜ੍ਹਾ ਨਾਲ ਹੀ ਨਿਸ਼ਚਿਤ ਹੋ ਸਕਿਆ ਹੈ। ਮੈਂ ਕਾਮਨਾ ਕਰਦਾ ਕਿ ਸੰਵਿਧਾਨ ਦਿਵਸ ਸਾਡੇ ਸੰਵਿਧਾਨ ਦੇ ਆਦਰਸ਼ਾਂ ਨੂੰ ਕਾਇਮ ਰੱਖਣ ਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਲਈ ਸਾਡੀ ਪ੍ਰਤੀਬੱਧਤਾ ਨੂੰ ਬਲ ਦੇਵੇ। ਆਖਿਰ ਇਹੀ ਸੁਪਨਾ ਤਾਂ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਦੇਖਿਆ ਸੀ। ਮੇਰੇ ਪਿਆਰੇ ਦੇਸ਼ਵਾਸੀਓ, ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗੁਲਾਬੀ ਠੰਡ ਹੁਣ ਮਹਿਸੂਸ ਹੋ ਰਹੀ ਹੈ। ਹਿਮਾਲਿਆ ਦੇ ਕੁਝ ਭਾਗਾਂ ਨੇ ਬਰਫ਼ਾਂ ਦੀ ਬੁੱਕਲ ਮਾਰਨੀ ਸ਼ੁਰੂ ਕਰ ਦਿੱਤੀ ਹੈ। ਲੇਕਿਨ ਇਹ ਮੌਸਮ ਫਿਟ ਇੰਡੀਆ ਮੂਵਮੈਂਟ ਦਾ ਹੈ। ਤੁਸੀਂ, ਤੁਹਾਡਾ ਪਰਿਵਾਰ, ਤੁਹਾਡੇ ਦੋਸਤ, ਤੁਹਾਡੇ ਸਾਥੀ ਮੌਕਾ ਨਾ ਗਵਾਓ। ਫਿਟ ਇੰਡੀਆ ਮੂਵਮੈਂਟ ਨੂੰ ਅੱਗੇ ਵਧਾਉਣ ਦੇ ਲਈ ਮੌਸਮ ਦਾ ਭਰਪੂਰ ਫਾਇਦਾ ਉਠਾਓ। ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।